सत श्री अकाल जी एंड गुड मॉर्निंग टू ऑल। की हाल चाल है जी साढ़े सारे दर्शकों का। उम्मीद करते हैं बिल्कुल सारे जने ठीक ठाक होवोगे। अपडेट्स से नज़र मारीए तो अज सब तो वड्डी खबर जिहदे उत्ते साडी सारिਆਂ ਦੀ नज़र बनी हुई है और खास करके ਜਿਹੜੇ कारोबारी ने उन्हों की बनी हुई है। BC ਦੇ ਵਿੱਚ ਰਿਸਟ੍ਰਿਕਸ਼ਨਸ ਜਿਹੜੀਆਂ ਸੀਗੀਆਂ ਨੇ ਖਾਸ ਕਰਕੇ ਜਿਮ ਰੈਸਟੋਰੈਂਟਸ ਬਾਰ ਨਾਈਟ ਕਲੱਬਸ ਉਹ ਕਾਫੀ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਅੱਜ ਉਹਨਾਂ ਦੇ ਉੱਤੇ ਐਲਾਨ ਆਣਾ ਹੈ। ਆਈ ਥਿੰਕ ਕੁਝ ਹੀ ਦੇਰ ਦੇ ਵਿੱਚ ਪਤਾ ਲੱਗ ਜਾਏਗਾ ਵੀ ਪਾਬੰਦੀਆਂ ਜਿਹੜੀਆਂ ਨੇ ਉਹ ਅੱਗੇ ਹੋਰ ਵਧਣਗੀਆਂ ਜਾਂ ਫਿਰ ਅੱਜ ਖਤਮ ਕਰ ਦਿੱਤੀਆਂ ਜਾਣਗੀਆਂ। ਕਈ ਜਿਮ ਵਾਲਿਆਂ ਨੇ ਇਹ ਗੱਲ ਕਹਿ ਦਿੱਤੀ ਸੀਗੀ ਵੀ ਅੱਜ ਦਾ ਦਿਨ ਯਾਨੀ ਕਿ ਦਿਨ ਦੀ ਜਿਹੜੀ ਸ਼ੁਰੂਆਤ ਹੈ ਤੜਕੇ ਤੋਂ ਉਹ ਜਿਮ ਖੋਲ੍ਹਣ ਦੇ ਨਾਲ ਕਰਨ ਲੱਗੇ ਨੇ, ਪਰ ਕਈ ਲੋਕ ਅਜਿਹੇ ਸੀਗੇ ਜਿਮ ਦੇ ਨਾਲ ਰਿਲੇਟਿਡ ਜਿਹੜੇ ਕਹਿੰਦੇ ਸੀ ਕਿ ਅਸੀਂ ਪਹਿਲਾਂ ਇੰਤਜ਼ਾਰ ਕਰਾਂਗੇ ਅਧਿਕਾਰੀਆਂ ਦੇ ਵੱਲੋਂ ਆਫੀਸ਼ੀਅਲ ਤੌਰ ਦੇ ਉੱਤੇ ਅਨਾਊਂਸਮੈਂਟ ਹੋ ਜਾਏ ਉਸ ਤੋਂ ਬਾਅਦ ਹੀ ਜਿਹੜਾ ਹੈ ਅਸੀਂ ਆਪਣੇ ਕਾਰੋਬਾਰ ਖੋਲਾਂਗੇ। ਸੋ ਅੱਜ ਸਭ ਤੋਂ ਵੱਡੀ ਅਪਡੇਟ ਦੇ ਉੱਤੇ ਨਜ਼ਰ ਰਹੇਗੀ ਔਰ ਪਲ ਪਲ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਔਰ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਸਭ ਤੋਂ ਵੱਡਾ ਸਾਡੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜਿਹਦੇ ਉੱਤੇ ਅਪਡੇਟਸ ਜਿਹੜੇ ਨੇ ਪਿਛਲੇ ਕਾਫੀ ਸਮੇਂ ਤੋਂ ਜ਼ਿਆਦਾ ਆ ਨਹੀਂ ਰਹੇ ਸੀਗੇ। ਕਾਫੀ ਸਾਰੇ ਅਪਡੇਟਸ ਹੁਣ 2022 ਦੇ ਵਿੱਚ ਜਿਹੜੇ ਨੇ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ। ਕਿਹੜੀਆਂ ਕੈਟਾਗਰੀਜ਼ ਖੁੱਲ੍ਹਣ ਜਾ ਰਹੀਆਂ ਨੇ, ਕੀ ਕੁਛ ਹੋਏਗਾ ਉਸ 'ਤੇ ਨਜ਼ਰ ਬਣੀ ਰਹੇਗੀ। ਔਰ ਇਸ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰੀਏ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਤੇ ਮੈਂ ਦੱਸਦਾ ਕਿ ਪੰਜਾਬ ਦੇ ਵਿੱਚੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਜਿਹੜੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਐਲਾਨ ਦਿੱਤਾ ਗਿਆ। ਸੋ ਕਾਫੀ ਗਹਿਮਾ ਗਹਿਮੀ ਚੱਲ ਰਹੀ ਹੈ। ਭਗਵੰਤ ਮਾਨ ਪਹਿਲਾਂ ਹੀ ਕਾਫੀ ਉਮੀਦਾਂ 'ਤੇ ਸੀ ਅਤੇ ਕਿਆਸ ਰਹੀਆਂ ਪਹਿਲਾਂ ਲੱਗੀਆਂ ਹੀ ਹੋਈਆਂ ਸੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਉਹ ਭਗਵੰਤ ਮਾਨ ਹੋਏਗਾ। ਸੋ ਅੱਜ ਐਲਾਨ ਉਸ ਗੱਲ ਦਾ ਵੀ ਹੋ ਚੁੱਕਿਆ ਹੈ। ਸੋ ਅੱਗੇ ਆਉਂਦੇ ਹਾਂ ਫਿਰ ਤੋਂ ਕਿ ਜਿਹੜਾ ਅੱਜ ਦਾ ਟੌਪਿਕ ਹੈ ਜਿਸ ਸੰਬੰਧੀ ਅਸੀਂ ਗੱਲ ਕਰਨੀ ਹੈ ਉਹ ਹੈ ਇਮੀਗ੍ਰੇਸ਼ਨ ਦੇ ਵਿੱਚ ਨਵੀਆਂ ਤਬਦੀਲੀਆਂ ਕੀ ਆਉਣ ਜਾ ਰਹੀਆਂ ਨੇ। ਜਿਹੜੇ ਕਾਫੀ ਸਮੇਂ ਦੇ ਪ੍ਰਵਾਸੀ ਇੱਥੇ ਆਏ ਹੋਏ ਨੇ ਬਹੁਤ ਸਮੇਂ ਤੋਂ ਪੱਕੇ ਨਹੀਂ ਹੋ ਰਹੇ ਕਿਉਂਕਿ ਉਹ ਯੋਗਤਾ ਜਿਹੜੀ ਆ ਉਹਨੂੰ ਕ੍ਰਾਸ ਨਹੀਂ ਕਰ ਪਾ ਰਹੇ, ਉਹਨਾਂ ਦੀ ਕੰਪਲੀਟ ਨਹੀਂ ਹੋ ਪਾ ਰਹੀ, ਜਿਹਦੇ ਕਰਕੇ ਨਾਅਰੇਬਾਜ਼ੀਆਂ ਦੇ ਉਤਰੇ ਨੇ, ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਸਰਕਾਰ ਪੱਕਾ ਕਿਉਂ ਨਹੀਂ ਕਰਦੀ। ਹੁਣ ਉਸ ਸੰਬੰਧੀ ਵੀ ਅਪਡੇਟ ਹੈ ਕਿ ਉਹਦੇ ਰਿਗਾਰਡਿੰਗ ਵੀ ਸਰਕਾਰ ਕੁਝ ਸੋਚ ਰਹੀ ਹੈ। ਖਾਸ ਕਰਕੇ MP ਰਣਦੀਪ ਸਰਾਏ ਨੇ ਇਹ ਗੱਲ ਕਹੀ ਹੈ ਕਿ ਕੋਈ ਨਾ ਕੋਈ ਅਸੀਂ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੀ ਯੋਗਤਾ ਜਿਹੜੀ ਹੈ ਉਹ ਕੰਪਲੀਟ ਕਰਵਾਈ ਜਾ ਸਕੇ ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਪੱਕੇ ਕੀਤਾ ਜਾ ਸਕੇ। ਜਿਹੜੇ ਲੋਕ ਇਸ ਸੰਬੰਧੀ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਉੱਤੇ ਕੋਈ ਵੀ ਡਿਟੇਲ ਜਾਣਨਾ ਚਾਹੁੰਦੇ ਨੇ ਉਹ ਕਾਲ ਕਰ ਸਕਦੇ ਨੇ। ਫੋਨ ਕਾਲਸ ਖੁੱਲ੍ਹਦੀਆਂ ਨਾਲ ਦੀ ਨਾਲ ਕਾਲ ਅਟੈਂਡ ਕਰਾਂਗੇ। ਫੇਸਬੁੱਕ ਵਾਲੇ ਜਿਹੜੇ ਲੋਕ ਨੇ ਫੇਸਬੁੱਕ 'ਤੇ ਦਰਸ਼ਕ ਜਿਹੜੇ ਜੁੜਨਾ ਚਾਹੁੰਦੇ ਨੇ ਉਹ ਫੇਸਬੁੱਕ ਜ਼ਰੀਏ ਆਪਣਾ ਸਵਾਲ ਜਿਹੜਾ ਲਿਖ ਸਕਦੇ ਨੇ, ਨਾਲ ਦੀ ਨਾਲ ਤੁਹਾਡੇ ਸਵਾਲ ਪਿਕ ਕਰਦੇ ਰਹਾਂਗੇ ਅਤੇ ਉਹਨਾਂ ਸੰਬੰਧੀ ਜਿਹੜੀ ਹੈ ਗੱਲਬਾਤ ਵੀ ਕਰਦੇ ਰਹਾਂਗੇ। ਸੋ ਸਾਡੇ ਨਾਲ ਇਮੀਗ੍ਰੇਸ਼ਨ ਜਿਹੜੇ ਨੇ ਕੰਸਲਟੈਂਟ ਉਹ ਜੁੜਨ ਜਾ ਰਹੇ ਨੇ ਗੁਰਿੰਦਰ ਕਾਲੋ ਦੇ ਨਾਲ ਪਹਿਲਾਂ ਵੀ ਸਾਡੀ ਜਿਹੜੀ ਹੈ ਇੰਟਰਵਿਊਜ਼ ਹੋ ਚੁੱਕੀਆਂ ਨੇ ਔਰ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਕਾਫੀ ਸਰਗਰਮ ਰਹਿੰਦੇ ਨੇ ਗੁਰਿੰਦਰ ਸਿੰਘ ਕਾਲੋ। ਸੋ ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਕਿ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਕੀ ਤਬਦੀਲੀ ਹੁਣ ਆਉਣ ਜਾ ਰਹੀ ਹੈ। 2022 ਦੇ ਵਿੱਚ ਅਸੀਂ ਕੀ ਨਵੀਆਂ ਉਮੀਦਾਂ ਜਿਹੜੀਆਂ ਨੇ ਉਹ ਲਗਾ ਸਕਦੇ ਹਾਂ। ਗੁਰਿੰਦਰ ਕਾਲੋ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਐਂਡ ਗੁੱਡ ਮਾਰਨਿੰਗ ਟੂ ਐਵਰੀਬਾਡੀ। ਜੀ ਗੁਰਿੰਦਰ, ਇਸ ਵੇਲੇ ਸਭ ਤੋਂ ਵੱਡਾ ਚੈਲੰਜ ਹੈ ਇਮੀਗ੍ਰੇਸ਼ਨ ਔਰ ਇਮੀਗ੍ਰੇਸ਼ਨ ਦਾ ਮੁੱਦਾ ਇੰਨਾ ਕੁ ਜ਼ਿਆਦਾ ਵੱਡਾ ਨਾ ਵੀ ਘਰ ਘਰ ਦੇ ਵਿੱਚ ਇਸੇ ਮੁੱਦੇ ਰਿਗਾਰਡਿੰਗ ਹੈ ਸਭ ਤੋਂ ਜ਼ਿਆਦਾ ਗੱਲ ਹੁੰਦੀ ਹੈ। ਇਮੀਗ੍ਰੇਸ਼ਨ ਦੇ ਮਸਲਿਆਂ ਦੇ ਵਿੱਚ ਜ਼ਿਆਦਾ ਜਿਹੜੀ ਹੈਗੀ ਹੈ ਉਹ ਤਬਦੀਲੀ ਆਉਣ ਜਾ ਰਹੀ ਹੈ। ਕੀ ਅਸੀਂ 2022 ਦੇ ਵਿੱਚ ਉਮੀਦਾਂ ਕਰ ਸਕਦੇ ਹੈਗੇ ਹਾਂ, ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਚਾਹਾਂਗੇ ਕਿ ਜਿਹੜੇ ਦਰਸ਼ਕ ਗੁਰਿੰਦਰ ਕਾਲੋ ਸੰਬੰਧੀ ਜਾਣਨਾ ਚਾਹੁੰਦੇ ਨੇ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਦਰਸ਼ਕਾਂ ਨੂੰ ਕਿ ਕਿੰਨੀ ਦੇਰ ਤੋਂ ਤੁਸੀਂ ਇਸ ਲਾਈਨ ਨਾਲ ਜੁੜੇ ਹੋਏ ਹੋ ਔਰ ਇਮੀਗ੍ਰੇਸ਼ਨ ਜਿਹੜੇ ਨੇ ਮਾਮਲਿਆਂ ਸੰਬੰਧੀ ਕੀ ਤੁਹਾਡੇ ਕੋਲ ਇਸ ਸੰਬੰਧੀ ਅਪਡੇਟ ਹੈਗਾ। ਓਕੇ, ਆਲ ਸਟਾਰਟ ਆਫ ਕਿ ਪਹਿਲਾਂ ਮੈਂ ਐਜ਼ ਅ ਸਟੂਡੈਂਟ ਕੈਨੇਡਾ ਆਇਆ ਸੀ ਜੀ, ਆਪਣੀ ਐਜੂਕੇਸ਼ਨ ਕੰਪਲੀਟ ਕਰਕੇ ਵਰਕ ਪਰਮਿਟ ਐਂਡ ਦੈਨ ਆਈ ਵਾਜ਼ ਲੱਕੀ ਇਨਫ ਕਿ ਮੈਨੂੰ ਆਲ ਦ ਵੇ ਜਦ ਤੱਕ ਕੈਨੇਡਾ ਆਇਆ ਆਈ ਆਲਵੇਜ਼ ਮੈਟ ਵਿਦ ਗੁੱਡ ਪੀਪਲ ਜਿਹਨੇ ਆਲਵੇਜ਼ ਮੈਨੂੰ ਹੈਲਪ ਕੀਤੀ ਐਂਡ ਆਈ ਕੈਨ ਸੇ ਆਮ ਫਰੋਮ ਦ ਫਿਊ ਲੱਕੀ ਫਿਊ ਜਿਹੜੇ ਐਕਸਪਲੋਇਟ ਨਹੀਂ ਹੋਏ। ਓਕੇ, ਸੋ ਮਾਈ employers are really good with me, always helped me and I'm still good terms with them. हाँ बिल्कुल। And then I was in the trucking industry, मैं पहला trucking industry च सीगा and उत्थे drivers उन्होंने I could relate to them because ना मैंने language barrier सी I could communicate in English and Punjabi तो उन्होंने दी files च help करते and I was like this is something I can do and I can communicate and connect with the masses. So that's why I got into immigration. And during COVID I had enough time to prepare and study and get my license. So I'm now a registered immigration consultant. Okay. And this year apne jehde immigration minister Sean Fraser, he's doing a tremendous job. Bahut updates aa rahi hain. February is going to be packed with lot of information and updates kyunki Canada is built on immigrants. Bilkul. Canadian jehdi constitute ਉਹਨਾਂ ਦਾ ਫਸਟ ਇਹੀ ਆ ਕਿ ਕੈਨੇਡਾ ਇਜ਼ ਹੈਲਪਿੰਗ ਫੈਮਿਲੀ ਯੂਨੀਫਿਕੇਸ਼ਨ। ਜਿੰਨੀਆਂ ਫੈਮਲੀਜ਼ ਇੱਥੇ ਆਉਂਦੀਆਂ
they work, they build, economy boost ਕਰਦੀਆਂ so everything revolves around immigration ਕੋਈ ਵੀ field ਆ ਕੋਈ ਵੀ industry ਆ ਉਹਨਾਂ ਦਾ ਹਰ ਇੱਕ ਦਾ first focus is ਕਿ ਕੀ immigration laws ਆ ਰਹੇ ਆ ਕਿੱਦਾਂ ਉਹਨਾਂ ਨੂੰ workers ਰਹਿ ਸਕਦੇ ਆ ਕਿੱਦਾਂ families reunite ਹੁੰਦੇ ਆ ਫਿਰ we should be proud of Canada ਕਿ ਜਿੰਨੀ world ਚ crisis ਹੁੰਦੇ ਆ Canada is the first to step up for refugees ਜੀ ਜੇ ਹੋਰ ਕੋਈ ਕੰਟਰੀ ਨਹੀਂ ਐਕਸੈਪਟ ਕਰ ਰਹੀ ਕਿਸੇ ਨੂੰ ਕੈਨੇਡਾ ਟੇਕਸ ਦ ਇਨੀਸ਼ੀਏਟਿਵ ਜੀ ਬੀ ਇਟ ਸੀਰੀਅਨਸ ਅਫਗਾਨਸ ਔਨ ਯੈਸਟਰਡੇ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਐਂਡ ਆਪਣੇ ਐਮਪੀ ਸੁਖ ਧਾਲੀਵਾਲ ਜੀ ਇਨੀ ਇੱਕ ਨਿਊ ਪਲਾਨ ਕੀਤਾ for 35 million to expand settlement services for newcomers in small towns and rural communities. Canada is a vast country. Apni jadi populations is like in the lower mainland, BCJ, or Toronto area, Winnipeg, Calgary, Edmonton, or close to the border. So now they are, and everybody knows living is really expensive. So ਉਹ ਜਿਹੜਾ ਇਹ new initiative ਕਰ ਰਿਹਾ for 35 million, ਇਹ ਕਰ ਰਿਹਾ ਕਿ ਜਿਹੜੀ communities like small towns, rural communities, ਉੱਥੇ newcomers ਲਈ it'll be much easier to survive, affordability better ਹੋਊਗੀ, and they can succeed coming to Canada for a better life. ਜੀ ਠੀਕ ਹੈ ਹੁਣ ਇਹ ਅਨਾਉਂਸਮੈਂਟ ਤਾਂ ਜਿਸ ਤਰੀਕੇ ਨਾਲ ਗੁਰਿੰਦਰ ਕਰ ਦਿੱਤੀ ਹੈ ਸਰਕਾਰ ਨੇ ਹੁਣੇ ਤੋਂ ਇਮੀਗ੍ਰੈਂਟਸ ਜਿਹੜੇ ਆਉਣੇ ਨੇ ਉਹਨਾਂ ਵਾਸਤੇ ਜਿਹੜੀ ਤਿਆਰੀ ਲਿਖੀ ਜਾ ਰਹੀ ਹੈ ਪਰ ਵੱਡੀ ਗੱਲ ਇਹ ਹੈ ਵੀ ਇਮੀਗ੍ਰੈਂਟਸ ਕਿੰਨੇ ਆਉਣੇ ਨੇ ਤੇ ਕਿਹੜੀ ਕੈਟਾਗਰੀ ਆਉਣੀ ਹੈ ਓਕੇ ਇਹ ਜਿਹੜਾ ਆ ਆਪਣਾ ਨਾਰਮਲੀ ਨਵੰਬਰ 1 ਨੂੰ ਅਨਾਉਂਸਮੈਂਟ ਹੁੰਦੇ ਆ ਜਿਹੜਾ for the plan for 2022 to 2024 but last year elections ਸੀਗੇ ਸਤੰਬਰ 'ਚ and they couldn't make the announcement so there'll be a huge announcement in February between 7th and 11th. And last year Canadian history ਦੇ ਵਿੱਚ 401,000 PR applications approved ਹੋਏ ਸੀ which is the biggest number in Canadian history till date. ਜਿਹੜਾ anticipate ਕਰ ਰਹੇ for the next coming year it's close to 411,000 ਜਿਹੜੇ ਇਹਨੀ ਐਕਸੈਪਟ ਕਰਨੇ ਆ ਉਹ ਤਿੰਨ ਕੈਟਾਗਰੀਜ਼ 'ਚ ਡਿਵਾਈਡ ਕੀਤੇ ਯਾਨੀ ਇਕਨੋਮਿਕ ਕਲਾਸ spousal partners, child programs and parents and grandparents. And ਜਿਹੜੀ third category ਆ refugees and humanitarian and compassionate grounds. So ਉਹ different during the show ਮੈਂ ਤੁਹਾਨੂੰ ਕਰ ਦੂੰਗਾ explain ਕਿ ਉਹ ਕਿੱਦਾਂ ਹੋਣੇ so we should be waiting for the announcement anywhere between February 7th to February 11th. Okay, so ਕਿੱਦਾਂ ਮਤਲਬ ਇਹ ਸਾਰੇ ਪ੍ਰੋਗਰਾਮ ਨੂੰ ਜਿਹੜਾ ਕੰਪਲੀਟ ਕੀਤਾ ਜਾਏਗਾ ਕਿੱਦਾਂ ਆਣਗੇ ਇਮੀਗ੍ਰੈਂਟਸ okay ਜਿਹੜੀ ਫਰਸਟ ਕੈਟਾਗਰੀ ਹੋਊਗੀ ਇਕਨੋਮਿਕ ਕਲਾਸ ਉਹਦੇ ਵਿੱਚ ਹੋ ਰਿਹਾ that is what we are anticipating ਹਜੇ official figures ਨਹੀਂ ਆਏ but be around something 59% ਜਿਹੜੇ ਆਉਗੇ so that's roughly comes to 241,500 economic class immigrants any approve ਕਰਨੇ ਕੈਨੇਡਾ 'ਚ second hogi family class immigrants that is spouse partners and child programs and parents and grandparents ਉਹਦੇ ਵਿੱਚ ਹੋਗੀ 21% ਜੀ that comes up to 103,500 applications the last category which is 15% ਉਹ ਹੋਗੀ under refugee and humanitarian and compassionate grounds ਉਹ 'ਚ around 66,000 any accept ਕਰਨੇ ਆ so this will be the immigration levels plan for 2022 to 2024 and this announcement should be in February around 7th to 11th of February so let's hope ਕਿ Sean Fraser sticks to his word and makes the announcement ਬਿਲਕੁਲ ਸੋ ਗੁਰਿੰਦਰ ਇਸ ਵੇਲੇ ਸਭ ਤੋਂ ਵੱਡੀ ਪਰੇਸ਼ਾਨੀ ਇਹ ਵੀ ਹੈ ਵੀ ਹੁਣੇ ਅਨਾਉਂਸਮੈਂਟਸ ਜਿਹੜੀਆਂ ਹੋ ਰਹੀਆਂ ਨੇ ਜਾਂ ਫਿਰ ਜਿਹੜੇ ਪ੍ਰੋਗਰਾਮ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਬੜੀ ਵੱਡੀ ਜਿਹੜੀ ਕਹਿ ਸਕਦੇ ਹਾਂ ਵੀ ਅੜਿੱਕਾ ਬਣਿਆ ਹੋਇਆ ਬਹੁਤ ਵੱਡੀ ਪਰੇਸ਼ਾਨੀ ਹੈ ਉਹ ਹੈਗੀ ਹੈ ਕੋਵਿਡ ਵਾਇਰਸ ਦੇ ਕੇਸ ਜਿਸ ਤਰੀਕੇ ਨਾਲ ਵੱਧ ਰਹੇ ਨੇ ਓਮਿਕਰੋਨ ਆ ਗਿਆ ਫਲਾਈਟਾਂ ਜਿਹੜੀਆਂ ਨੇ ਉਹ ਵੀ ਯਾਤਰੀਆਂ ਦੀ ਗਿਣਤੀ ਘਟਾ ਰਹੀਆਂ ਨੇ ਫਿਰ ਤੋਂ ਉਸੇ ਹਾਲਾਤਾਂ ਦੇ ਵਿੱਚ 2022 ਦੇ ਵਿੱਚ ਅਸੀਂ ਜਿਹੜਾ ਜਿਵੇਂ ਹੀ ਪਹੁੰਚੇ ਹਾਂ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਹੀ ਫਿਰ ਤੋਂ ਅਸੀਂ ਫਾਈਟ ਕਰ ਰਹੇ ਹਾਂ ਵਾਇਰਸ ਵਾਲਿਆਂ 'ਚ ਅਜਿਹੇ ਦੇ ਵਿੱਚ ਇਹ ਪ੍ਰੋਗਰਾਮ ਕਿਤੇ ਫਿਰ ਤੋਂ ਇਹ ਤਾਂ ਨਹੀਂ ਵੀ ਠੰਡੇ ਬਸਤੇ 'ਚ ਪੈ ਜਾਣਗੇ ਫਿਰ ਤੋਂ ਹੋਲਡ ਕਰਕੇ ਰੱਖ ਲਏ ਜਾਣਗੇ ਕਿਉਂਕਿ ਹਾਲਾਤ 'ਤੇ ਵੀ ਤਾਂ ਨਜ਼ਰ ਮਾਰਨੀ ਪਏਗੀ ਨਾ ਕੀ ਸਾਰੇ ਹੋ ਰਹੇ ਨੇ ਕੀ ਨਹੀਂ ਸੋ ਉਹ ਵੀ ਇੱਕ ਵੱਡੀ ਗੱਲ ਹੈਗੀ ਹੈ ਸੋ ਉਹਦੇ ਨਾਲ ਕਿਵੇਂ ਨਿਪਟੇਗੀ ਕਿਵੇਂ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਕੀ ਸਟ੍ਰੈਟਜੀ ਪਲਾਨ ਕੀਤੀ ਗਈ ਹੈ ਹੁਣ ਜਿਹੜਾ this is something that nobody was prepared for it's a pandemic and I'm sure ਕਿ ਕਿਸੇ ਨੇ ਵੀ ਆਪਣੀ ਲਾਈਫ ਟਰਮ 'ਚ ਇੱਦਾਂ ਦੀ ਸਿਚੁਏਸ਼ਨ ਪਹਿਲਾਂ ਟੈਕਲ ਨਹੀਂ ਕੀਤੀ ਐਂਡ ਇਟਸ ਅ ਗਲੋਬਲ ਪੈਂਡੈਮਿਕ ਇਹ ਨਹੀਂ ਕਿ ਇੱਕੋ ਕੰਟਰੀ 'ਚ ਸੈਂਟਰਿਕ ਆ ਜਾਂ ਵਨ ਰੀਜਨ everybody is trying and nobody is sure what is happening next the future is so unpredictable we are hoping that things get better Canada
first shot, second shot, most of the people have got it. On booster shots we enroll kar ditte hai. We are lucky to be living in a country where the healthcare is so good and it's easily accessible to everybody. ਹੁਣ immigration minister can only do so much depending on the health advisories. When there's a new variant, there's nothing that he can do. It's something that is out of our hands. A natural, it was not something that could be planned, something that could be tackled with. A pandemic, I don't think anybody was prepared for it. But I think jidda Canadian government ne handle kita, but I'd be like confident enough to tell that ke all over the world aina better ਕਿਸੇ ਨੇ ਨਹੀਂ ਕੀਤਾ. Yeah, immigration ਆਪਣੀ country ਲਈ ਬਹੁਤ important ਹੈ. Everybody is working towards it. But like I said, it's a pandemic. ਕਿੰਨੀ ਵਾਰੀ last year ਵੀ ਆਪਣਾ the whole year went and there was nothing they could do about it. But ਫਿਰ ਵੀ to get 401,000 applicants, PR applications approved, in Canadian history it was the biggest achievement. So we are hoping that everybody works to it and everybody follows the health guidelines. ਪਰ ਬਹੁਤ ਸਾਰੇ ਲੋਕ ਨੇ ਗੁਰਿੰਦਰ ਜਿਹੜੇ ਕਿ ਹੁਣ ਤੱਕ ਪਿਛਲੇ 2 ਸਾਲਾਂ ਤੋਂ ਆਈ ਥਿੰਕ 3 ਸਾਲਾਂ ਤੋਂ ਇਹੀ ਸਿਚੁਏਸ਼ਨ ਦੇਖ ਰਹੇ ਨੇ. ਸਪਾਊਸ ਕੇਸ ਦੀ ਤੁਸੀਂ ਗੱਲ ਕੀਤੀ, ਸਪਾਊਸ ਕੇਸ ਸਾਰੇ ਹੋਲਡ ਤੇ ਬੈਠੇ ਨੇ. ਇਹ ਜਿਹੜਾ ਬੈਕਲੌਗ ਹੈ, ਇਹ ਬੈਕਲੌਗ ਸੰਬੰਧੀ ਕੀ ਸੋਚ ਵਿਚਾਰ ਕੀਤਾ ਜਾ ਰਿਹਾ? ਨਵੀਆਂ ਅਸੀਂ ਦੇਖ ਰਹੇ ਹਾਂ PR ਜਿਹੜੀਆਂ ਨੇ 2-2 ਮਹੀਨੇ ਦੇ ਵਿੱਚ ਆ ਰਹੀਆਂ ਨੇ, 3-3 ਮਹੀਨੇ ਦੇ ਵਿੱਚ ਆ ਰਹੀਆਂ ਨੇ, ਔਰ ਜਿਹੜਾ ਬੈਕਲੌਗ ਹੈ ਉਹ ਸਟਿਲ ਉੱਦਾਂ ਦਾ ਉੱਦਾਂ ਹੀ ਖੜਾ ਹੋਇਆ. ਸੋ ਬੈਕਲੌਗ ਸੰਬੰਧੀ ਵੀ ਕੋਈ ਪਲਾਨ ਕੀਤਾ ਜਾ ਰਿਹਾ ਵੀ ਕਿਵੇਂ ਇਸ ਕੈਟਾਗਰੀ ਨੂੰ ਵੀ ਸੈੱਟ ਕੀਤਾ ਜਾਏਗਾ? Yes, only case management they're investing 14 million towards it. That will help in the backlog. But jada a pandemic, it's like Canada, every province has their different health advisories. This thing is IRCC staff shortages, they cannot force people to come to work. Right? So that's the reason for the backlog. Or government alone, there's no barriers or anything controlling the backlog. ਇੱਕ ਕਾਲਰ ਦੀ ਕਾਲ ਵੀ ਪਿਕ ਕਰਦੇ ਹਾਂ. ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ. ਹਾਂਜੀ ਸਰ, ਕੀ ਸਵਾਲ ਹੈ ਜੀ ਤੁਹਾਡਾ? ਕੀ ਗੱਲ ਕਰਨਾ ਚਾਹੋਗੇ? ਹਾਂ, ਮੈਂ ਗੱਲ ਕਰਨਾ ਚਾਹਾਂਗਾ ਜੀ ਇਹਦੇ ਬਾਰੇ ਕਿ ਜਿਹੜੇ ਅਸੀਂ ਪਾਸਪੋਰਟ ਅਪਲਾਈ ਕੀਤਾ ਬੜੀ ਦੇਰ ਹੋਈ, 2 ਸਾਲ ਮੇਰੀ ਬੇਟੀ ਨੇ. ਅੱਛਾ ਜੀ. ਅੱਗੇ ਇੱਕ ਵਾਰੀ 10 ਸਾਲ ਦਾ ਵੀਜ਼ਾ ਲੱਗਾ ਹੋਇਆ ਸੀ ਤੇ ਹੁਣ ਉਹਨੇ 2 ਸਾਲ ਹੋ ਗਏ ਫਾਈਲ ਪਈ ਉੱਥੇ. ਪਾਸਪੋਰਟ ਉਹਨੇ ਕੈਨੇਡੀਅਨ ਪਾਸਪੋਰਟ ਅਪਲਾਈ ਕੀਤਾ? ਹਾਂਜੀ, ਕੈਨੇਡੀਅਨ ਪਾਸਪੋਰਟ ਅਪਲਾਈ ਕੀਤਾ ਜੀ. ਨਹੀਂ, ਪਾਸਪੋਰਟ ਨਹੀਂ, ਵੀਜ਼ਾ ਜੀ, ਵੀਜ਼ਾ, ਸੌਰੀ, ਵੀਜ਼ਾ. ਓਕੇ, ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਸੀਗਾ. ਓਕੇ ਜੀ. ਅੱਗੇ ਆਲਰੇਡੀ ਉਹ ਵੀਜ਼ਾ ਲੱਗਾ ਹੈ ਪਰ ਉਹ ਰੀਨਿਊ ਕਰਨ ਵਾਸਤੇ ਭੇਜਿਆ ਸੀ, ਖਤਮ ਹੋ ਗਿਆ ਸੀ 10 ਸਾਲ. ਓਕੇ, ਤੇ 2 ਸਾਲ ਹੋ ਗਏ ਨੇ ਪੂਰੀ ਫੈਮਿਲੀ. ਉਹਨੇ ਅਪਲਾਈ ਕਿੱਥੋਂ ਕੀਤਾ? ਇਨਸਾਈਡ ਕੈਨੇਡਾ ਕਿ ਆਊਟ? ਮੇਰੀ ਬੇਟੀ ਨੇ ਜੀ ਸਰ. ਹਾਂਜੀ ਸਰ, ਤੁਹਾਡੀ ਬੇਟੀ ਨੇ ਇੰਡੀਆ ਤੋਂ ਅਪਲਾਈ ਕੀਤਾ ਸੀਗਾ ਲਾਈਕ ਵੀਜ਼ਾ ਜਿਹੜਾ ਤੁਸੀਂ ਦੁਬਾਰਾ ਕਹਿ ਰਹੇ ਹੋ ਰੀਨਿਊ ਕਰਵਾਉਣ ਲਈ, ਇੰਡੀਆ ਤੋਂ ਹੀ ਕੀਤਾ ਅਪਲਾਈ? ਬੈਂਕਾਕ ਤੋਂ ਜੀ. ਬੈਂਕਾਕ. ਹਾਂ, ਫਿਰ ਜਿਹੜੀ ਆਊਟਸਾਈਡ ਕੈਨੇਡੀਅਨ ਐਪਲੀਕੇਸ਼ਨਸ ਆ ਉਹ ਹਜੇ ਹੋਲਡ ਤੇ ਆ. ਇਹ ਪਹਿਲਾਂ ਜਿਹੜੇ ਇਨ ਕੈਨੇਡਾ ਆ ਉਹਨਾਂ ਦੀਆਂ ਐਪਲੀਕੇਸ਼ਨਸ ਅਪਰੂਵ ਕਰ ਰਿਹਾ. ਐਂਡ ਸੈਕੰਡ ਥਿੰਗ ਵਿਦ ਟਰੈਵਲ ਰਿਸਟ੍ਰਿਕਸ਼ਨਸ, ਗਵਰਨਮੈਂਟ ਇਜ਼ ਨਾਟ ਸ਼ੋਰ ਕਿ ਕਿਹੜੀ ਕੰਟਰੀ ਤੋਂ ਦੇ ਵਾਂਟ ਕਿ ਵੇਰੀਐਂਟਸ ਘੱਟ ਹੋਣ ਕੈਨੇਡਾ 'ਚ. ਜਿਹੜੀ ਆਲਰੇਡੀ ਦ ਕਮਿਊਨਿਟੀ ਐਂਡ ਪਬਲਿਕ ਜਿਹੜੀ ਕੈਨੇਡਾ 'ਚ ਉਹਨਾਂ ਦੀ ਵੈਲਥ ਔਰ ਸੇਫਟੀ ਲਈ ਬਾਹਰੋਂ ਰਿਸਟ੍ਰਿਕਟ ਆ ਫਲਾਈਟਸ. ਦੈਟਸ ਦ ਓਨਲੀ ਰੀਜ਼ਨ ਕਿ ਬੈਕਲੌਗ ਆ. ਜੀ ਸਰ, ਹੋਰ ਕੋਈ ਸਵਾਲ ਹੈ ਜੀ ਤੁਹਾਡਾ? ਇਹੀ ਸਵਾਲ ਹੈ ਜੀ, ਇਹਦਾ ਜਵਾਬ ਦੇ ਦਿਓ. ਅੱਛਾ ਠੀਕ ਹੈ ਸਰ, ਠੀਕ ਹੈ, ਤੁਸੀਂ ਫੋਨ ਕੱਟੋ, ਆਪਾਂ ਸਕਰੀਨ ਤੇ ਤੁਹਾਨੂੰ ਇਸ ਚੀਜ਼ ਦਾ ਸਾਰਾ ਜਵਾਬ ਦਿੰਦੇ ਹਾਂ. ਠੀਕ ਹੈ ਜੀ, ਇਸ ਸੰਬੰਧੀ ਅਪਡੇਟ ਕਰਦੇ ਹਾਂ. ਠੀਕ ਹੈ ਜੀ, ਥੈਂਕ ਯੂ ਜੀ. ਗੁਰਿੰਦਰ, ਇੱਕ ਵਾਰੀ ਇਸ ਪਲੀਜ਼ ਅਪਡੇਟ ਨੂੰ ਦੁਹਰਾਓ. ਇਹਨਾਂ ਦਾ ਇਹ ਆਊਟਸਾਈਡ ਕੈਨੇਡਾ ਅਪਲਾਈ ਕੀਤਾ. ਹੁਣ ਉਹਨਾਂ ਨੂੰ ਰੀਜ਼ਨ ਕੀ ਰੀਜ਼ਨ ਹੈ ਉਹਨਾਂ ਦਾ ਟਰੈਵਲ ਕਰਨ ਦਾ? ਓਕੇ, ਮਤਲਬ ਐਸੈਂਸ਼ੀਅਲ ਰੀਜ਼ਨ ਜਿਹੜਾ ਜੇ ਉਹ ਹੋਵੇ, ਬਟ ਉਹ ਉਹਨਾਂ ਦਾ ਇਹ ਕਹਿਣਾ ਕਿ ਵੀਜ਼ਾ ਜਿਹੜਾ ਪਹਿਲਾਂ ਦਾ ਲੱਗਿਆ ਸੀ ਪਰ ਹੁਣ ਰੀਨਿਊ, ਤੇ ਰੀਨਿਊ ਨੂੰ ਇੰਨੇ ਸਾਲ ਵੀ ਉਹ ਬੈਕਲੌਗ ਤੇ ਹੋਲਡਸ ਹੋ ਰਹੇ ਕਿ ਟਰੈਵਲ ਰਿਸਟ੍ਰਿਕਸ਼ਨਸ ਕਰਕੇ. ਓਕੇ, ਦੇ ਵਾਂਟ ਐਸੈਂਸ਼ੀਅਲ ਟਰੈਵਲਸ. ਓਕੇ, ਟੂਰਿਜ਼ਮ ਵਗੈਰਾ ਨੂੰ ਸਾਰਾ ਕੁਝ ਹੋਲਡ ਤੇ ਆ. ਆਪਣੀ ਟੂਰਿਜ਼ਮ ਇੰਡਸਟਰੀ ਨੂੰ ਬਹੁਤ ਲਾਸਸ ਫੇਸ ਹੋ ਰਹੇ ਆ. Like it's all over the news in crisis, tourism industry. Okay. The airline industry ਉਹ crisis 'ਚ ਜਾ ਰਹੀ ਹੈ because flights restrict ਹੋ ਰਹੀਆਂ. The only reason ਉਹਨਾਂ ਦਾ backlog ਤੇ ਹੋ ਰਿਹਾ ਕਿ essential reason ਨਹੀਂ apply ਕੀਤਾ ਹੋਣਾ for a visa.
ਓਕੇ ਸੋ ਐਸੈਂਸ਼ੀਅਲ ਰੀਜ਼ਨ ਜੋ ਦਿੰਦੇ ਨੇ ਹਾਂ ਤਾਂ ਐਸੈਂਸ਼ੀਅਲ ਹੋ ਸਕਦਾ ਹੈ Yeah. ਜੀ ਸਤਿ ਸ਼੍ਰੀ ਅਕਾਲ ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਕੀ ਸਵਾਲ ਹੈ ਜੀ ਤੁਹਾਡਾ ਅੱਜ ਮੈਂ ਰਮਨਕਾਲ ਜੀ ਨੂੰ ਕੁਐਸਚਨ ਕਰਨਾ ਹੈ। ਹਾਂਜੀ ਬਿਲਕੁਲ ਜੀ ਹਾਂਜੀ। ਦੱਸੋ ਹਾਂਜੀ, ਮੇਰੀ ਸਿਸਟਰ ਨੇ ਇੰਡੀਆ ਤੋਂ ਫਾਈਲ ਲਗਾਈ ਸੀਗੀ ਆਪਣੇ ਪੁਆਇੰਟ ਸਿਸਟਮ ਦੇ ਉੱਤੇ 2019 ਦੇ ਵਿੱਚ ਦਸੰਬਰ 'ਚ। ਤੇ ਉਹਨਾਂ ਨੇ ਇੰਡੀਆ ਦੇ ਵਿੱਚ ਮਾਸਟਰ ਆਫ ਡੈਂਟਲ ਕੀਤਾ ਹੋਇਆ ਹੈ ਤੇ ਉਹਨਾਂ ਦੇ ਕੋਲ 2-3 ਸਾਲ ਦਾ ਐਕਸਪੀਰੀਅੰਸ ਸੀ ਸਾਰਾ ਕੁਝ ਉੱਥੇ। ਤੇ ਬਟ 2019 ਦੇ ਵਿੱਚ ਅਸੀਂ ਦਸੰਬਰ 'ਚ ਅਪਲਾਈ ਕਰ ਦਿੱਤਾ ਤੇ ਹਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ ਇਮੀਗ੍ਰੇਸ਼ਨ ਤੋਂ। ਤਾਂ ਲਾਈਕ ਕਿਸੇ ਤਰੀਕੇ ਨਾਲ ਆਪਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹਾਂ ਜਾਂ ਅਸੀਂ ਵੇਟ ਕਰੀਏ ਕਿ ਇਹ ਕਰਨਗੇ ਉਸ ਚੀਜ਼ ਨੂੰ ਅਪਰੂਵ ਕਿ ਨਹੀਂ ਕਰਨਗੇ, ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਸੀ। ਹਾਂ ਜਿਹੜਾ 2019 ਚ ਫਾਈਲਸ ਲਾਈਆਂ ਸੀ 2020 ਦ ਪੈਂਡੇਮਿਕ ਹਿੱਟ ਹਾਂ ਰਾਈਟ ਉਹ ਤੋਂ ਬਾਅਦ 'ਚ ਆਲਰੇਡੀ ਕੈਨੇਡਾ ਦੇ ਵਿੱਚ ਇਨ ਕੈਨੇਡਾ 1.8 ਮਿਲੀਅਨ ਫਾਈਲਸ ਦਾ ਬੈਕਲੌਗ ਆ ਐਂਡ ਲਾਸਟ ਮੰਥ 21,000 ਐਕਸਟਰਾ ਫਾਈਲਸ ਉੱਤੇ ਐਡ ਹੋ ਗਈਆਂ ਆ ਸੋ ਦ ਬੈਸਟ ਵੁੱਡ ਬੀ ਵੇਟ ਫॉर ਇਟ ਔਰ ਕੰਟੈਕਟ ਮੀ ਐਂਡ ਆਈ ਕੁਡ ਹੈਲਪ ਯੂ ਇਨ ਦ ਫਾਈਲ ਐਗਜ਼ੈਕਟਲੀ ਮਤਲਬ ਤੁਹਾਡੇ ਕੋਲ ਵੀ ਜਿੱਦਾਂ ਹੁਣ ਮੈਂ ਇਹਨਾਂ ਦੀ ਪਰੇਸ਼ਾਨੀ ਵੀ ਦੇਖ ਰਹੀ ਹਾਂ ਹਾਂਜੀ। ਉਹਨਾਂ ਦਾ ਸਵਾਲ ਇਹ ਹੈ ਉਹ ਕਹਿੰਦੇ ਕੰਟੈਕਟ ਇਹ ਵਾਕਈ ਜਿਵੇਂ ਪਹਿਲਾ ਕਾਲਰਸ ਵੀ ਜਿਨ੍ਹਾਂ ਦੀ ਬੇਟੀ ਦਾ ਰੁਕਿਆ ਹੋਇਆ ਜਿੱਦਾਂ ਕਰ ਰਿਨਿਊ ਨਹੀਂ ਹੋ ਪਾ ਰਿਹਾ ਉਹਨਾਂ ਦਾ ਹੈ ਨਾ ਵੀਜ਼ਾ ਜਿਹੜਾ ਹੈਗਾ ਉਹ ਲੋਕ ਇਹ ਵੀ ਕਰਕੇ ਕਨਫਿਊਜ਼ਡ ਨੇ ਉਹ ਕਹਿੰਦੇ ਅਸੀਂ ਕੰਟੈਕਟ ਕਿਹਦੇ ਨਾਲ ਕਰਨਾ ਹੈ ਜਾਂ ਸਾਨੂੰ ਆਪੇ ਹੀ ਕੋਈ ਈਮੇਲ ਆਣੀ ਕੋਈ ਸਾਨੂੰ ਫੋਨ ਕਾਲ ਆਏਗੀ ਈਮੇਲਸ ਆਉਂਦੇ ਫੋਨ ਕਾਲ ਨਹੀਂ ਆਉਂਦੇ ਓਕੇ ਜਿਹੜੇ ਅਪਡੇਟਸ ਆਉਣੇ ਬਾਏ ਈਮੇਲ ਵਾਈ ਈਮੇਲ ਹਾਂਜੀ ਜੀ। ਕੋਈ ਫੋਨ ਕਾਲ ਨਹੀਂ ਆਉਣਾ ਕੋਈ ਟੈਕਸਟ ਮੈਸੇਜ ਨਹੀਂ ਕਿਉਂ ਬਹੁਤ ਲੋਕਾਂ ਦੇ ਆ ਰਹੇ ਕਿ ਸਾਨੂੰ ਟੈਕਸਟ ਮੈਸੇजेस ਆ ਰਹੇ ਕੈਨੇਡੀਅਨ ਗਵਰਨਮੈਂਟ ਟੈਕਸਟ ਮੈਸੇजेस ਨਹੀਂ ਕਰਦੀ ਉਹ ਈਮੇਲ ਕਰਦੀ ਆਫੀਸ਼ੀਅਲ ਈਮੇਲ ਜੀ ਜੀ ਤੁਹਾਡਾ ਕੋਈ ਹੋਰ ਸਵਾਲ ਹੈਗਾ ਜੀ ਨਹੀਂ ਬਸ ਉਹਦੇ ਰਿਲੇਟਡ ਸੀਗਾ ਕਿ ਸਾਨੂੰ ਜਦੋਂ 2020 ਦੇ ਵਿੱਚ ਇੱਕ ਵਾਰ ਸਾਨੂੰ ਈਮੇਲ ਆਈ ਸੀ ਕਿ ਤੁਸੀਂ ਕੋਵਿਡ ਕਰਕੇ ਕਿਉਂ ਦੇ ਵਿੱਚ ਆ ਤੁਸੀਂ ਅਜੇ ਵੇਟ ਕਰੋ ਬਟ ਉਸ ਤੋਂ ਬਾਅਦ ਲਾਈਕ ਆਲਮੋਸਟ 1.5 ਸਾਲ ਹੋ ਗਿਆ ਕੋਈ ਅਪਡੇਟ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ ਤਾਂ ਆਪਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਈਮੇਲ ਕਰ ਸਕਦੇ ਹਾਂ ਮਤਲਬ ਲੋਕਾਂ ਨੂੰ ਪੁੱਛ ਸਕਦੇ ਹਾਂ ਇਸ ਚੀਜ਼ ਨੂੰ ਰਿਲੇਟਡ ਹਾਂਜੀ ਤੁਹਾਡੇ ਕੋਲ ਜੀਸੀ ਕੀ ਹੋਣਾ ਉਹਦੇ ਤੇ ਅਪਡੇਟ ਕਰ ਸਕਦੇ ਆ ਯੂਸੀਆਈ ਨੰਬਰ ਜੇ ਆ ਗਿਆ ਆ ਇਟਸ ਵੈਲ ਐਂਡ ਗੁੱਡ ਨਹੀਂ ਜੀਆਈਸੀ ਨੰਬਰ ਉਹ ਨਹੀਂ ਸੀ ਆਇਆ ਹਜੇ ਤੱਕ ਹਾਂਜੀ ਉਹ ਫਿਰ ਹਜੇ ਫਾਈਲ ਸਟਿਲ ਅੰਡਰ ਪ੍ਰੋਸੈਸ ਆ ਤੇ ਜਿਹੜਾ ਅਪਡੇਟ ਇਹ ਨਹੀਂ ਦੇਣਾ ਫੈਬਰੂਅਰੀ 7th ਔਰ 11th ਦੇ ਵਿੱਚ ਉਹਦੇ ਵਿੱਚ 241,500 ਐਪਲੀਕੇਸ਼ਨਸ ਇਕਨੋਮਿਕ ਕਲਾਸ 'ਚ ਆਉਣੀਆਂ ਇਕਨੋਮਿਕ ਕਲਾਸ 'ਚ ਆਉਂਦੀ ਐਕਸਪ੍ਰੈਸ ਐਂਟਰੀ ਪੀਐਨਪੀ ਐਂਡ ਕਿਊਬਿਕ ਪ੍ਰੋਗਰਾਮਸ ਆਮ ਸ਼ੋਰ ਜਿਹੜਾ ਤੁਸੀਂ ਕਹਿੰਦੇ ਤੁਹਾਡੀ ਸਿਸਟਰ ਦਾ ਪੁਆਇੰਟ ਸਿਸਟਮ ਤੇ ਇਟ ਫਾਲਸ ਅੰਡਰ ਵਨ ਆਫ ਦਾ ਇਕਨੋਮਿਕ ਕਲਾਸ ਕੈਟਾਗਰੀਜ਼ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਥੈਂਕ ਯੂ ਵੈਰੀ ਮਚ ਜੀ ਥੈਂਕਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਕੀ ਸਵਾਲ ਹੈ ਜੀ ਸਰ ਸਾਡਾ ਸਵਾਲ ਇਹ ਹੈ ਜੀ ਕਿ ਮੇਰੇ ਬੇਟੇ ਨੇ ਜੀ ਫਾਰਮਿੰਗ ਦਾ ਲਿਆ ਸੀਗਾ ਜੀ ਅੱਛਾ ਜੀ ਐਪਸਟੋਰ ਤੋਂ ਬੋਲਦੇ ਹਾਂ ਜੀ ਹਾਂਜੀ 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 ਸਰ ਤੇ ਉਹ ਐਕਸਟੈਂਡ ਕਰਵਾਇਆ ਜੀ ਤੇ Okay. ਉਹ ਐਕਸਟੈਂਡ ਕਰਾ ਕੇ ਫਰਵਰੀ ਚ ਮੁੱਕ ਜਾਣਾ ਜੀ ਫਾਰਮਿੰਗ ਵਾਲਾ ਹਾਂਜੀ ਓਕੇ ਤੇ ਹੁਣ ਉਹਦੇ ਲਈ ਕੀ ਕਰੀਏ ਜੀ ਓਕੇ ਫਰਵਰੀ ਚੋਂ ਮੁੱਕਣ ਜਾ ਰਿਹਾ ਤਾਂ ਤੁਸੀਂ ਵਰਕ ਪਰਮਿਟ ਲਿਆ ਸੀ ਰਾਈਟ ਹਾਂਜੀ ਓਕੇ ਫਾਰਮਿੰਗ ਦਾ ਹਾਂਜੀ ਜੀ ਗੁਰਿੰਦਰ ਹਾਂਜੀ ਜਿੱਦਾਂ ਹੁਣ ਤੁਸੀਂ ਦੱਸਿਆ ਫਾਰਮਿੰਗ ਦੇ ਲਈ ਜਿੰਨਾ ਚਿਰ ਮੈਂ ਐਪਲੀਕੇਸ਼ਨ ਦੇਖਦਾ ਨਹੀਂ ਹਾਂ ਕਿ ਕਿਹੜੇ ਬੇਸ ਤੇ ਆ ਕੀ ਲੱਗਿਆ ਆ ਆਈ ਕਾਂਟ ਗਿਵ ਯੂ ਲਾਈਕ ਪ੍ਰੋਪਰ ਆਨਸਰ ਨਹੀਂ ਦੇ ਸਕਦੇ ਉਹ ਫਾਈਲ ਪੜ੍ਹਨੀ ਹੁੰਦੀ ਆ ਫਾਈਲ ਰਿਵਿਊ ਕਰਕੇ ਜੀ। ਫਿਰ ਹੀ ਤੁਹਾਨੂੰ ਬੈਟਰ ਐਡਵਾਈਸ ਦੇ ਸਕਦਾ ਹਾਂਜੀ ਸਰ ਸੋ ਤੁਹਾਡੇ ਲਈ ਬੇਸਿਕਲੀ ਇਹ ਸਲਾਹ ਹੈ ਕਿ ਤੁਸੀਂ ਆਪਣੀ ਫਾਈਲ ਜਿਹੜੀ ਹੈ ਗੁਰਿੰਦਰ ਕਾਲੋ ਦੇ ਨਾਲ ਡਿਸਕਸ ਕਰ ਸਕਦੇ ਹੋ ਇਹਨਾਂ ਦੇ ਕੋਲ ਫਾਈਲ ਲੈ ਕੇ ਇਹਨਾਂ ਨੂੰ ਮਿਲੋ ਇਹ ਦੇਖ ਕੇ ਤੁਹਾਨੂੰ ਉਹਦਾ ਕੋਈ ਹੱਲ ਕੱਢ ਕੇ ਦੇ ਸਕਦੇ ਨੇ ਕਿਉਂਕਿ ਫਾਈਲ ਰਿਵਿਊ ਕੀਤੇ ਬਿਨਾ ਇਸ ਚੀਜ਼ ਦਾ ਕੋਈ ਆਨਸਰ ਹੁਣ ਆਪਾਂ ਆਪਾਂ ਹਜੇ ਨਹੀਂ ਨੂੰ- ਦੇ ਸਕਦੇ Sorry. ਕਿਉਂਕਿ ਹਾਂਜੀ ਜਿੱਦਾਂ ਆਪਾਂ ਨੂੰ ਇਹ ਨਹੀਂ ਪਤਾ ਐਗਜ਼ੈਕਟਲੀ ਫਾਰਮਿੰਗ ਦੀ ਕਿਹੜੀ ਕੈਟਾਗਰੀ ਚ ਲਿਆ ਆ ਜੀ ਸਰ ਕੀ ਕਹਿ ਰਹੇ ਹੋ ਜੀ ਤੁਸੀਂ ਇਹ ਸਰੀ ਰਹਿੰਦੇ ਨੇ ਜੀ ਗੁਰਿੰਦਰ ਕਾਲ ਜੀ ਬਿਲਕੁਲ ਇੱਥੇ ਨੇ ਸਾਰੀ ਚੀਜ਼ ਨੇ ਅੱਛਾ ਜੀ ਇੱਕ ਮੇਰਾ ਸਵਾਲ ਹੋਰ ਹੈ ਜੀ ਜੀ ਜਿਹੜੇ ਇਹਨਾਂ ਨੇ ਪਿੱਛੇ ਵੀ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਫੋਨ ਨਹੀਂ ਨਹੀਂ ਸਰ ਤੁਸੀਂ ਟੀਵੀ ਤੇ ਨਾ ਟੀਵੀ ਦੀ ਵੋਲਿਊਮ ਥੋੜੀ ਡਿਲੇ ਆਉਂਦੀ ਹੈ ਤੁਸੀਂ ਫੋਨ ਤੇ ਮੇਰੇ ਨਾਲ ਗੱਲ ਕਰੋ ਟੀਵੀ ਦੀ ਵੋਲਿਊਮ ਘਟਾ ਦਿਓ ਸਾਡੇ ਨਾ ਜੇ 2 ਸਾਲ ਜਿਵੇਂ ਕੱਢੇ ਸੀਗੇ ਜੀ ਪੀਆਰ ਦੇ ਹਾਂਜੀ। ਸਿਸਟਮ ਚ ਉਹਦੇ ਸਾਡੇ ਨਿਕਲੇ ਸੀਗੇ ਕੋਈ ਉਹਦੇ ਚ ਨੁਕਸ ਰਹਿ ਗਿਆ ਜੀ ਦੁਬਾਰਾ ਫਿਰ ਅਪੀਲ ਕੀਤੀ ਹੈ ਜੀ ਤੇ ਹਾਂਜੀ ਓਕੇ ਪੀਆਰ ਬਾਰੇ ਹਾਂਜੀ ਪੀਆਰ ਵਾਲੇ ਤੁਸੀਂ ਕਹਿ ਰਹੇ ਹੋ ਤੁਸੀਂ ਫੈਮਿਲੀ ਪੀਆਰ ਅਪਲਾਈ ਕੀਤੀ ਸੀਗੀ ਨਹੀਂ ਸਾਡੀ ਬੇਟੀ ਸਟੱਡੀ ਤੇ ਆਈ ਆ ਇਹਨਾਂ ਨੇ ਕੱਢੇ ਨਹੀਂ ਸੀਗੇ ਐਸਪੀ ਲੋਟੀ ਸਿਸਟਮ ਜਿਹੜੀ ਟੀਆਰ ਟੂ ਪੀਆਰ ਓਕੇ ਓਕੇ ਠੀਕ ਹੈ ਜੀ ਹਾਂਜੀ ਹਾਂਜੀ ਉਹਦੇ ਬਾਰੇ ਪੁੱਛਣਾ ਵੀ ਉਹ ਕਦੋਂ ਖਾ ਜੀ ਫਿਰ ਪਹਿਲਾਂ ਕੁਝ ਸ਼ਾਇਦ ਸਭ ਪੇਪਰ ਗਲਤ ਕੁਝ ਲੱਗ ਗਿਆ ਜੀ ਜੀ ਦੁਬਾਰਾ ਭੇਜੀ ਸੀ
ਦੁਬਾਰਾ ਪੇਪਰ ਭੇਜੇ ਆ। ਹੁਣ ਜਿੱਦਾਂ ਤੁਸੀਂ ਅਪੀਲ ਕੀਤੀ ਆ ਉਹ ਨਹੀਂ ਦੱਸਿਆ ਹੋਣਾ ਕਿ ਕੀ ਕਮੀਆਂ ਰਹਿ ਗਈਆਂ। ਹਾਂਜੀ ਓਕੇ ਐਗਜ਼ੈਕਟਲੀ ਜਿੱਦਾਂ ਪਹਿਲਾਂ ਦੱਸਿਆ, ਜਿੰਨਾ ਚਿਰ ਤੁਹਾਡੀ ਫਾਈਲ ਰਿਵਿਊ ਨਹੀਂ ਕਰ ਸਕਦੇ, ਜੀ। ਤੁਹਾਨੂੰ ਪ੍ਰੋਪਰ ਸੁਜੈਸ਼ਨ ਨਹੀਂ ਦੇ ਸਕਦੇ ਕਿ ਵਾਟ ਵਾਸ ਬਿਲਕੁਲ ਦਾ। ਗੁਰਿੰਦਰ, ਮੈਂ ਚਾਹਾਂਗੀ ਕਿ ਕਿਉਂਕਿ ਇਹ ਕਾਲਰ ਆਪਣੇ ਨਾਲ ਫੋਨ ਤੇ ਸੀ ਤਾਂ ਓਬਵੀਅਸਲੀ ਉਹ ਸ਼ਾਇਦ ਉਹ ਗੱਲ ਪ੍ਰੋਪਰ ਨਹੀਂ ਸੁਣ ਪਾਏ ਹੋਣੇ। ਹਾਂਜੀ। ਇਹਨਾਂ ਦੇ ਸਾਰੇ ਇਸੇ ਸਵਾਲ ਦਾ ਤੁਸੀਂ ਪਲੀਜ਼ ਦੁਬਾਰਾ ਤੋਂ ਅਪਡੇਟ ਉਹਨਾਂ ਨੂੰ ਦੁਹਰਾ ਦਿਓ, ਕਿਉਂਕਿ ਉਹਨਾਂ ਦੀ ਜਿਹੜੀ ਫਾਰਮਿੰਗ ਵਾਲੀ ਫਾਈਲ ਦਾ ਇਸ਼ੂ ਹੈ ਐਂਡ ਉਹਨਾਂ ਦੀ ਜਿਹੜੀ ਡਾਟਰ ਦਾ ਹੈਗਾ। ਸੋ ਇਹ ਦੁਬਾਰਾ ਇੱਕ ਵਾਰੀ ਇਹਦੇ ਸੰਬੰਧੀ ਅਪਡੇਟ ਦੇ ਦਿਓ ਉਹਨਾਂ ਨੂੰ। ਹਾਂਜੀ, ਜਿਹੜੀ ਕੋਈ ਵੀ ਆਪਾਂ ਫਾਈਲ ਅਪਲਾਈ ਕਰਦੇ ਹਾਂ, ਦੋ ਫਾਈਲਾਂ ਸੇਮ ਨਹੀਂ ਹੁੰਦੀਆਂ। ਹਰ ਇੱਕ ਨੇ ਡਿਫਰੈਂਟ ਰਿਕੁਆਇਰਮੈਂਟਸ ਮੀਟ ਕੀਤੀਆਂ ਹੁੰਦੀਆਂ, ਡਿਫਰੈਂਟ ਐਕਸਪੀਰੀਅੰਸ, ਐਜੂਕੇਸ਼ਨ ਬੈਕਗਰਾਉਂਡਸ, ਪੁਆਇੰਟਸ। ਤੋਂ ਜਿੰਨਾ ਚਿਰ ਆਪਾਂ ਫਾਈਲ ਰਿਵਿਊ ਨਹੀਂ ਕਰ ਸਕਦੇ ਕਿਸੇ ਦੀ ਕਰਦੇ, ਲਾਈਕ ਓਪਨਲੀ ਉਹਨਾਂ ਨੂੰ ਕਹਿੰਦਾ ਹਾਂਜੀ ਲੱਗ ਜੂਗਾ। ਓਬਵੀਅਸਲੀ ਕੈਨੇਡੀਅਨ ਗਵਰਨਮੈਂਟ ਵਾਂਟਸ ਇਮੀਗ੍ਰੈਂਟਸ, ਜੀ, ਲੇਕਿਨ ਉਹ ਜਿੰਨਾ ਚਿਰ ਆਪਾਂ ਫਾਈਲ ਰਿਵਿਊ ਨਹੀਂ ਕਰਦੇ, ਆਪਾਂ ਉਹਨਾਂ ਨੂੰ ਪ੍ਰੋਪਰ ਸੁਜੈਸ਼ਨ ਨਹੀਂ ਦੇ ਸਕਦੇ ਕਿ ਕਿੱਥੇ। ਜਿੱਦਾਂ ਹੁਣ ਨਹੀਂ ਆਪਣੀ ਡਾਟਰ ਦਾ ਕਹਿੰਦੇ ਸੀ ਹਾਂਜੀ ਕਿ ਉਹਨਾਂ ਦੀ ਕੋਈ ਕਮੀ ਰਹਿ ਗਈ ਤਾਂ ਉਹਨੇ ਰੀ ਅਪੀਲ ਕੀਤੀ ਹੈ। ਹਾਂਜੀ ਹੁਣ ਜਿਹੜੇ ਉਹ ਗਵਰਨਮੈਂਟ ਕੋਈ ਵੀ ਤੁਹਾਡੀ ਰਿਕੁਆਇਰਮੈਂਟਸ ਨਹੀਂ ਮੀਟ ਕਰਦੇ, ਉਹ ਡਿਟੇਲ 'ਚ ਮੈਂਸ਼ਨ ਕਰਦੇ ਕਿ ਥੀਸ ਵਾਂਸ ਆਹ ਰਿਕੁਆਇਰਮੈਂਟਸ ਤੁਸੀਂ ਨਹੀਂ ਮੀਟ ਕਰਦੇ, ਤਾਂ ਉਹ ਅਪੀਲ 'ਚ ਯੂ ਹੈਵ ਟੂ ਮੀਟ ਦੈਮ। ਬਿਲਕੁਲ ਰਾਈਟ। ਉਹ ਜਿੰਨਾ ਚਿਰ ਫਾਈਲ ਰਿਵਿਊ ਨਹੀਂ ਕਰਦੇ, ਆਪਾਂ ਉਹ ਪ੍ਰੋਪਰ ਉਹਨਾਂ ਨੂੰ ਦੱਸ ਨਹੀਂ ਸਕਦੇ ਕਿ ਕੀ ਉਹਨਾਂ ਦੀਆਂ ਕਮੀਆਂ ਰਹਿ ਗਈਆਂ। ਠੀਕ ਹੈ। ਸੋ ਜਿਨ੍ਹਾਂ ਨੂੰ ਕੋਈ ਕਨਫਿਊਜ਼ਨ ਨਜ਼ਰ ਆ ਰਹੀ ਹੈ ਤੁਹਾਡੀ ਫਾਈਲ ਦੇ ਵਿੱਚ, ਜਿੱਦਾਂ ਕਿ ਜਿਹੜੇ ਕਾਲਰਸ ਨੇ ਉਹਨਾਂ ਨੇ ਕਾਲ ਕੀਤੀ ਹੈ, ਉਹਨਾਂ ਆਖੀਰ ਦੇ ਵਿੱਚ ਜਿਹੜਾ ਹੁਣ ਵੀ ਜਿਹੜਾ ਉੱਪਰ ਕੰਟੈਕਟ ਨੰਬਰ ਜਿਹੜਾ ਇਹਨਾਂ ਦਾ ਲਿਖਿਆ ਆ ਰਿਹਾ ਗੁਰਿੰਦਰ ਕਾਲੋ ਦਾ, ਤੇ ਅਖੀਰ ਦੇ ਵਿੱਚ ਵੀ ਜਿਹੜਾ ਅਸੀਂ ਕੰਟੈਕਟ ਨੰਬਰ ਔਰ ਇਹਨਾਂ ਨਾਲ ਤੁਸੀਂ ਕਿਵੇਂ ਸੰਪਰਕ ਕਰ ਸਕਦੇ ਹੋ, ਸਰੀ ਦੇ ਵਿੱਚ ਹੀ ਰਹਿੰਦੇ ਨੇ ਤੇ ਉਹ ਤੁਹਾਨੂੰ ਦੱਸ ਦਾਂਗੇ। ਸੋ ਫਾਈਲ ਤੁਸੀਂ ਆਪਣੀ ਰਿਵਿਊ ਕਰਵਾ ਸਕਦੇ ਹੋ। ਇੱਕ ਵਾਰੀ ਰਿਵਿਊ ਕਰਵਾਉਣ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਉਹਦੇ ਹੱਲ ਮਿਲ ਸਕਦੇ ਆ ਕਿ ਅਗਰ ਤੁਹਾਡੇ ਕੇਸ ਜਿਹੜੇ ਨੇ ਉਹ ਪੈਂਡਿੰਗ ਪਏ ਨੇ ਜਾਂ ਰੁਕੇ ਹੋਏ ਨੇ ਜਾਂ ਜਿਨ੍ਹਾਂ ਸੰਬੰਧੀ ਤੁਹਾਨੂੰ ਸਮਝ ਨਹੀਂ ਆ ਰਹੀ, ਤਾਂ ਉਹਨਾਂ ਦੇ ਵਿੱਚ ਕਿਵੇਂ ਅੱਗੇ ਕੀ ਕਰ ਸਕਦੇ ਹੋ ਤੇ ਕੰਟੈਕਟ ਜਿਹੜਾ ਉਹ ਕਿਹਦੇ ਨਾਲ ਤੁਸੀਂ ਕਰ ਸਕਦੇ ਹੋ। ਜੀ ਗੁਰਿੰਦਰ, ਬਹੁਤ ਸਾਰੇ ਲੋਕ ਇਸ ਵੇਲੇ ਜਿਹੜੀ ਪਰੇਸ਼ਾਨੀ ਨਾਲ ਜੂਝ ਰਹੇ ਨੇ। ਅਸੀਂ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਕੇਸਿਸ, ਕਿਉਂਕਿ ਜਿਵੇਂ ਅਸੀਂ ਦੇਖਿਆ ਪਿਛਲੇ ਸਾਲ ਇਮੀਗ੍ਰੇਸ਼ਨ ਮਿਨਿਸਟਰ ਵੀ ਜਦੋਂ ਚੇਂਜ ਹੋ ਗਏ ਤਾਂ ਉਦੋਂ ਵੀ ਬੜੇ ਸਾਰੇ ਲੋਕਾਂ ਨੂੰ ਇਹੀ ਸਵਾਲ ਨਜ਼ਰ ਆ ਰਿਹਾ ਸੀ ਵੀ ਹੁਣ ਜਿਹੜਾ ਬੈਕਲੌਗ ਹੈ ਕਿ ਉਹ ਕੁਐਸਚਨ ਮਾਰਕ ਉਹਦੇ ਉੱਤੇ ਲੱਗ ਗਿਆ। ਇਹ ਸਾਰੇ ਲੋਕ ਆਈ ਥਿੰਕ ਜਿੰਨੇ ਵੀ ਕਾਲਰਸ ਦੀ ਹੁਣ ਤੱਕ ਕਾਲ ਆ ਰਹੀ ਹੈ, ਇਹ ਬੈਕਲੌਗ ਵਾਲੀ ਕੈਟਾਗਰੀ ਹੈਗੀ ਹੈ ਕਿ ਜਿਹੜੇ ਡਿਲੇ ਜਾਂ ਕਈਆਂ ਦੇ ਕਈ ਵਾਰੀ ਕੋਈ ਗਲਤ ਪੇਪਰ ਲੱਗ ਜਾਂਦੇ ਨੇ। ਜਿਹੜੇ ਆਖਰੀ ਆਪਣੇ ਹੁਣੇ ਕਾਲਰ ਸੀਗੇ, ਸੋ ਉਹਨਾਂ ਨੇ ਕਿਹਾ ਕਿ ਕੋਈ ਪੇਪਰ ਸ਼ਾਇਦ ਗਲਤ ਲੱਗ ਗਿਆ, ਉਹਨਾਂ ਨੇ ਦੁਬਾਰਾ ਤੋਂ ਵੀ ਪੇਪਰ ਸਬਮਿਟ ਕਰਵਾ ਦਿੱਤੇ। ਪਰ ਇਸ ਇੰਤਜ਼ਾਰ ਦਾ ਕੋਈ ਸਮਾਂ, ਕੋਈ ਤਾਰੀਖ ਨਹੀਂ ਕੋਈ ਤੈਅ ਕੀਤੀ ਗਈ ਵੀ 2022 ਦੇ ਵਿੱਚ ਕਿਤੇ ਨਾ ਕਿਤੇ ਬੈਕਲੌਗ ਜਿਹੜਾ ਐਟਲੀਸਟ ਉਹ ਕਲੀਅਰ ਕੀਤਾ ਜਾ ਸਕੇ। ਉਹੀ ਜਿੱਦਾਂ ਮੈਂ ਤੁਹਾਨੂੰ ਦੱਸਿਆ, ਜਿੰਨਾ ਚਿਰ ਉਹ ਆਪਾਂ ਨੂੰ ਅਪਡੇਟਸ ਨਹੀਂ ਦਿੰਦੇ, ਉਹ ਵੀ ਉਹਨਾਂ ਨੂੰ ਵੀ ਸੇਮ ਇਸ਼ੂਸ ਟੈਕਲ ਹੋ ਰਹੇ ਆ ਜਿੰਨੇ ਆਪਣੇ ਲੋਕਲ ਐਮਪੀਜ਼ ਆ ਜਾਂ ਐਮਐਲਏਜ਼ ਆ। ਉਹਨਾਂ ਦੇ ਆਫਿਸਿਸ 'ਚ ਐਵਰੀਬਡੀ ਬੀ ਬਿਜ਼ਨਸਮੈਨ, ਫੈਮਲੀਜ਼, ਹਰ ਇੱਕ ਨੂੰ ਇਮੀਗ੍ਰੈਂਟਸ ਦੀ ਲੋੜ ਹੈ। ਤਾਂ ਉਹ ਹਰ ਇੱਕ ਸੇਮ ਕੁਐਸਚਨਸ ਹੀ ਉੱਥੇ ਜਾ ਰਿਹਾ। ਦ ਗਵਰਨਮੈਂਟ ਇਜ਼ ਅਵੇਅਰ ਆਫ ਇਟ ਐਂਡ ਦੇ ਵਰਕਿੰਗ ਔਨ ਇਟ, ਬਟ ਜਿਹੜਾ ਪੈਂਡੈਮਿਕ ਹੈ ਉਹ ਕਿਸੇ ਦੇ ਵੀ ਕੰਟਰੋਲ 'ਚ ਨਹੀਂ ਗਿਆ। That's the major reason for the backlog. ਜਿੱਦਾਂ previously backlogs ਹੁੰਦੇ ਸੀ ਕਿਉਂਕਿ ਪ੍ਰੋਗਰਾਮ ਸ਼ਟ ਡਾਊਨ ਕਰ ਦਿੰਦੇ ਸੀ, ਹੁਣ ਉਹ ਪ੍ਰੋਗਰਾਮਸ ਓਪਨ ਕਰ ਰਹੇ ਆ, ਐਕਸਟਰਾ ਪ੍ਰੋਗਰਾਮਸ ਐਡ ਕਰ ਰਹੇ ਆ ਕਿ ਵੱਧ ਤੋਂ ਵੱਧ ਆਵੇ, ਕਿਉਂਕਿ ਜਿਹੜਾ ਆਪਣਾ ਪੋਸਟ ਪੈਂਡੈਮਿਕ ਰਿਕਵਰੀ ਆ ਉਹ ਵਿਦ ਇਮੀਗ੍ਰੈਂਟਸ ਹੀ ਹੋਣੇ ਆ। ਜਿਹੜੇ ਇਮੀਗ੍ਰੈਂਟਸ ਆਉਂਦੇ ਆ, ਇਕਨੋਮੀ ਵਿੱਚ ਇਨਵੈਸਟ ਕਰਦੇ ਆ, ਬੂਸਟ ਕਰਦੇ ਆ, ਦੇ ਵਰਕ ਫੋਰਸ 'ਚ ਹੈਲਪ ਕਰਦੇ ਆ, ਫੈਮਿਲੀ ਰੀਯੂਨੀਫਿਕੇਸ਼ਨ। ਕੈਨੇਡਾ ਇਜ਼ ਬਿਲਟ ਔਨ ਇਮੀਗ੍ਰੈਂਟਸ। ਤਾਂ ਉਹ ਬੈਕਲੌਗ ਲਈ ਐਵਰੀਬਡੀ ਇਜ਼ ਵਰਕਿੰਗ ਟੂਵਰਡਸ ਇਟ, ਬਟ ਹੁਣ ਜਿਹੜਾ ਪੈਂਡੈਮਿਕ ਹੈ ਕਿਸੇ ਦੇ ਵੀ ਕੰਟਰੋਲ 'ਚ ਨਹੀਂ ਗਾ। ਹੁਣ ਲਾਸਟ ਸਮਰ ਜਿੰਨੇ ਕੰਸਲਟੈਂਟ ਸੀਗੇ ਦੇ ਆਊਟ ਆਫ ਵਰਕ ਬੀਇੰਗ, ਸਾਰੇ ਐਵਰੀਥਿੰਗ ਵਾਸ, ਆਲ ਆਫਿਸਿਸ ਵਰ ਕਲੋਜ਼ਡ। ਹੁਣ ਜਿਹੜੇ ਆਫਿਸਿਸ ਕਲੋਜ਼ ਹੋਣ ਨਾਲ ਬੈਕਲੌਗ ਹੋਰ ਇਨਕਰੀਜ਼ ਹੋ ਗਿਆ। ਬਿਲਕੁਲ। ਹੁਣ ਆਪਣੇ ਰੈਸਟੋਰੈਂਟਸ ਦੇਖ ਲਓ, ਜਿਮਸ ਦੇਖ ਲਓ, ਦੇ ਆਰ ਐਟ ਲਾਸ। ਸੋ ਉਹ ਇਕੱਲਾ ਇੱਕ ਕੈਟੇਗਰੀ ਨੂੰ ਨਹੀਂ, ਇਟਸ ਅਫੈਕਟਿੰਗ ਦ ਹੋਲ ਇਕੋਨਮੀ। ਤਾਂ ਬੈਕਲੌਗ ਲਈ ਐਵਰੀਬਡੀ ਇਜ਼ ਵਰਕਿੰਗ ਟੂਵਰਡਸ ਇਟ। ਗਾਈਡਲਾਈਨਸ, ਜਿਹੜੇ ਹੈਲਥ ਗਾਈਡਲਾਈਨਸ ਆ ਉਹ ਫੋਲੋ ਕਰੋ, ਟੂਗੇਦਰ ਵੀ ਕੈਨ ਓਵਰਕਮ ਦਿਸ। ਤੇ ਪੈਰੈਂਟਸ, ਗ੍ਰੈਂਡ ਪੈਰੈਂਟਸ ਵਾਲੀ ਜਿਹੜੀ ਕੈਟਾਗਰੀ ਹੈ ਉਸ ਪ੍ਰੋਗਰਾਮ ਦੇ ਵਿੱਚ ਵੀ ਕੋਈ ਚੇਂਜਸ ਆਉਣ ਦੀ ਸੰਭਾਵਨਾ ਆ ਰਹੇ ਨੇ ਲੋਕ? ਉਹ ਲਾਸਟ ਈਅਰ ਜਿਨ੍ਹਾਂ ਦੇ ਡਰਾਅ ਦੇ ਵਿੱਚ ਹੋਏ ਸੀਗੇ, ਉਹ ਐਪਲੀਕੇਸ਼ਨਸ ਅਪਰੂਵ ਹੋਣ ਲੱਗ ਪਈਆਂ ਆ, ਉਹਨਾਂ ਦੇ ਮੈਡੀਕਲਸ ਅਪਰੂਵ ਹੋਣ ਲੱਗ ਪਿਆ, ਰਿਕੁਐਸਟਸ ਹੋਣ ਲੱਗ ਪਿਆ। ਦ ਗਵਰਨਮੈਂਟ ਇਜ਼ ਵਰਕਿੰਗ ਟੂਵਰਡਸ ਦਿਸ, ਬਟ ਐਟ ਦ ਸੇਮ ਟਾਈਮ ਕੋਈ ਨਵਾਂ ਵੇਰੀਐਂਟ ਆ ਜਾਂਦਾ, ਫਿਰ ਐਵਰੀਥਿੰਗ ਗੋਜ਼ ਔਨ ਬੈਕ ਫੁੱਟ। ਓਕੇ। ਉਹ ਹੁਣ ਜਿਹੜੇ ਕੰਟਰੀਜ਼ 'ਚ ਜਿੱਥੇ ਘੱਟ ਐਗਜ਼ੈਂਪਸ਼ਨਸ ਆ, ਉਹਨਾਂ ਦੀਆਂ ਫਾਈਲਸ ਪਹਿਲਾਂ ਅਪਰੂਵ ਹੋ ਰਹੀਆਂ ਆ। ਇਟਸ ਨਾਟ ਕਿ ਗਵਰਨਮੈਂਟ ਇਜ਼ ਡਿਸਕ੍ਰਿਮੀਨੇਟਿੰਗ ਅਗੇਂਸਟ ਐਨੀ ਕੰਟਰੀ। ਉਹ ਚਾਹੁੰਦੇ ਕਿ ਜਿਹੜੇ ਆਲਰੇਡੀ ਕੈਨੇਡੀਅਨਸ ਕੈਨੇਡਾ ਦੇ ਵਿੱਚ ਹੈਗੇ ਆ, ਬੀ ਇਟ ਔਨ PR, ਵਰਕ ਪਰਮਿਟ ਔਰ ਆਊਟ ਆਫ ਸਟੇਟਸ, ਉਹਨਾਂ ਦੀ ਹੈਲਥ ਇਜ਼ ਦ ਬਿਗੇਸਟ ਕੰਸਰਨ। ਜੀ। ਤਾਂ ਫਿਰ ਬਾਹਰੋਂ ਫਲਾਈਟਸ ਘੱਟ ਰਹੀਆਂ ਆ,
ਉਹ ਸਾਰੀ ਇੰਡਸਟਰੀ ਨੂੰ ਇਫੈਕਟ ਹੋ ਰਿਹਾ ਹੈ। ਇਟਸ ਸੋ ਨਾਟ ਇਸ ਵੇਲੇ ਸਟੂਡੈਂਟਸ ਹੀ ਸਭ ਤੋਂ ਵੱਧ ਕੈਟਾਗਰੀ ਦੇ ਵਿੱਚ ਜਿਹੜੇ ਉਹੀ ਸਿਰਫ ਚੱਕੇ ਜਾ ਰਹੇ ਨੇ, ਸਟੂਡੈਂਟਸ ਹੀ ਆ ਰਹੇ ਨੇ। ਹਾਂਜੀ, ਕਿਉਂਕਿ ਯੂਨੀਵਰਸਿਟੀਜ਼ ਜਿਹੜੇ ਹੁਣ ਸਟੂਡੈਂਟਸ ਦੇ ਈਅਰਸ ਵੇਸਟ ਹੁੰਦੇ ਆ। ਇਟਸ ਲਾਈਕ ਉਹ ਜਿਹੜੀ ਯੰਗ ਜਨਰੇਸ਼ਨ ਆ ਜਿੰਨਾ ਉਹ ਐਜੂਕੇਟਡ ਹੋਊਗੀ ਦੇ ਵਿਲ ਐਡ ਟੂ ਦ ਲੇਬਰ ਫੋਰਸ। ਉਹ ਫਿਊਚਰ 'ਚ ਕੰਮ ਕਰੂਗੇ, ਪੇ ਟੈਕਸਸ, ਗਵਰਨਮੈਂਟ ਨੂੰ ਵੀ ਸਪੋਰਟ ਕਰੂਗੇ, ਉਹ ਆਪਣੇ ਆਪ ਨੂੰ ਵੀ ਸਪੋਰਟ ਕਰੂਗੇ, ਦੇ ਵਿਲ ਗਰੋ। ਐਵਰੀ ਕੰਟਰੀ ਵਾਂਟਸ ਦ ਯੂਥ। ਤਾਂ ਰਾਈਟ ਨਾਓ ਸਟੂਡੈਂਟਸ ਦੇ ਮੇਨ ਫੋਕਸ ਆ। ਜਿੰਨੇ ਵੱਧ ਤੋਂ ਵੱਧ ਸਟੂਡੈਂਟਸ ਆ ਰਹੇ, ਜਿਹੜੀ ਕੰਟਰੀਜ਼ ਦੇ ਵਿੱਚ ਘੱਟ ਕੋਵਿਡ ਦੇ ਕੇਸਿਸ ਹੋ ਰਹੇ ਆ ਉਹਨਾਂ ਦੀਆਂ ਫਾਈਲਸ ਅਪਰੂਵ ਹੋ ਰਹੀਆਂ ਆ। ਓਕੇ। ਐਂਡ ਜਿਹੜੀ ਰਿਕੁਆਇਰਮੈਂਟਸ ਮੀਟ ਕਰਦੇ, ਬਿਗੇਸਟ ਥਿੰਗ ਇਜ਼ ਮੀਟ ਦ ਰਿਕੁਆਇਰਮੈਂਟਸ। ਠੀਕ ਹੈ। ਰਿਕੁਆਇਰਮੈਂਟਸ ਤੋਂ ਗੁਰਿੰਦਰ ਬੜੀ ਵੱਡੀ ਗੱਲ ਹੈ ਕਿ ਜਿਹੜੀ ਬਹੁਤ ਜਿਹੜੇ ਪਹਿਲਾਂ ਦੇ ਪ੍ਰਵਾਸੀ ਆਏ ਹੋਏ ਨੇ, 24 ਸਾਲ ਹੋ ਗਏ ਨੇ, 20 ਸਾਲ ਹੋ ਗਏ ਨੇ, ਉਹਨਾਂ ਦੇ ਵੱਲੋਂ ਤਾਂ ਥਾਂ ਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ। ਉਹ ਕਹਿੰਦੇ ਸਾਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ। ਪੱਕਾ ਕਰਨ ਦੀ ਕੈਟਾਗਰੀ ਦੇ ਵਿੱਚ ਕਿਤੇ ਨਾ ਕਿਤੇ ਪੁਆਇੰਟਸ ਜਿਹੜੇ ਨੇ ਉਹ ਨਹੀਂ ਉਹਨੇ ਅਚੀਵ ਕਰ ਪਾ ਰਹੇ। ਆਈਟਸ ਦੀ ਜਿਹੜੀ ਹੈ ਉਹਦੇ ਵਿੱਚ ਉਹਨੇ ਬੈਂਡ ਨਹੀਂ ਲੈ ਪਾ ਰਹੇ। ਤਾਂ ਜਿਹੜੀ ਯੋਗਤਾ ਹੈਗੀ ਆ PR ਲਈ ਐਲੀਜੀਬਲ, ਉਹਨੂੰ ਕ੍ਰਾਸ ਨਹੀਂ ਕਰ ਪਾ ਰਹੇ, ਉਹਨੂੰ ਟੱਚ ਨਹੀਂ ਕਰ ਪਾ ਰਹੇ, ਜਿਹਦੇ ਕਰਕੇ ਉਹ ਕਹਿੰਦੇ ਵੀ ਸਾਡਾ ਜੋ ਸੀ ਉਹ ਨਹੀਂ, ਅਸੀਂ ਬਿਜ਼ੀ ਹਾਂ ਕਿਸੇ ਕਰਕੇ। ਆਇਲਟਸ ਜਿਹੜੇ ਇੰਨੀ ਜ਼ਿਆਦਾ ਬੈਂਡ ਵਧਾਏ ਹੋਏ ਨੇ ਜੋ ਸਾਡੇ ਕੋਲੋਂ ਪੂਰੇ ਨਹੀਂ ਹੁੰਦੇ ਪਏ, ਤਾਂ ਗਵਰਨਮੈਂਟ ਨੂੰ ਚਾਹੀਦਾ ਕਿ ਅਸੀਂ ਇੰਨੇ ਸਾਲਾਂ ਤੋਂ ਇੱਥੇ ਆਏ ਹਾਂ, ਸਾਨੂੰ ਪੱਕੇ ਕਰਨ ਬਾਰੇ ਸੋਚਿਆ ਜਾਏ। MP ਰਣਦੀਪ ਸਰਾਏ ਨਾਲ ਇਸ ਸੰਬੰਧੀ ਗੱਲ ਜਿਹੜੀ ਕੀਤੀ ਗਈ ਸੀ ਕੁਝ ਅਦਾਰਿਆਂ ਵੱਲੋਂ, ਤਾਂ ਉਸ ਦੌਰਾਨ MP ਰਣਦੀਪ ਸਰਾਏ ਨੇ ਕਿਹਾ ਸੀ ਕਿ ਇੱਕ ਬਿੱਲ ਇੱਦਾਂ ਦਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਬਾਰੇ ਸੋਚ ਵਿਚਾਰ ਕੀਤਾ ਜਾ ਰਿਹਾ, ਜਿਹਦੇ ਵਿੱਚ ਪੁਰਾਣੇ ਜਿਹੜੇ ਇੱਥੇ ਆਏ ਕੈਨੇਡਾ ਦੇ ਵਿੱਚ ਹੀ ਬੈਠੇ ਲੋਕ ਨੇ ਜਿਹੜੇ ਹੁਣ ਤੱਕ ਪੱਕੇ ਨਹੀਂ ਹੋਏ, ਉਹਨਾਂ ਨੂੰ ਪੱਕੇ ਕਰਨ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਏਗਾ। ਸੋ ਲੱਗਦਾ ਵੀ ਇੱਦਾਂ ਜਿਹੜੇ ਸਿਆਸਤਦਾਨ ਨੇ ਕਿਤੇ ਨਾ ਕਿਤੇ ਉਹ ਵੀ ਪ੍ਰੈਸ਼ਰ ਪਾਉਣ ਸਰਕਾਰ ਦੇ ਉੱਤੇ, ਇਮੀਗ੍ਰੇਸ਼ਨ ਮੰਤਰੀ ਦੇ ਉੱਤੇ, ਤਾਂ ਜਿਹੜੀ ਬੈਕਲੌਗ ਵੀ ਕਲੀਅਰ ਹੋ ਸਕਦਾ, ਤੇ ਜਿਹੜੇ ਪੁਰਾਣੇ ਬੈਠੇ ਨੇ ਜਿਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ ਉਹ ਵੀ ਪੱਕੇ ਹੋ ਸਕਦੇ ਨੇ। ਉਹ ਲੈਂਗੁਏਜ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਰਿਕੁਆਇਰਮੈਂਟ ਆ, ਆਈਦਰ ਇੰਗਲਿਸ਼ ਔਰ ਫ੍ਰੈਂਚ ਲੈਂਗੁਏਜ ਰਿਕੁਆਇਰਮੈਂਟਸ ਮੀਟ ਕਰੋ। ਉਹਨਾਂ ਦਾ ਇਸ਼ੂ ਇਹ ਆ ਕਿ ਜੇ ਤੁਸੀਂ ਸਟਕ ਆ ਸਮਥਿੰਗ ਸਮਵੇਅਰ, you can call 911। ਉਹ ਆਈਦਰ ਇੰਗਲਿਸ਼ 'ਚ ਕਮਿਊਨੀਕੇਟ ਕਰਦੇ ਜਾਂ ਫ੍ਰੈਂਚ 'ਚ। ਹੁਣ ਨਾਓ ਪੰਜਾਬੀ, ਚਾਈਨੀਜ਼ ਕਮਿਊਨਿਟੀ, ਉਹ ਲੈਂਗੁਏਜਸ ਸ਼ੁਰੂ ਹੋ ਹਾਂ। ਜਿਹੜੀ ਇਹ ਪਾਲਿਸੀਜ਼ ਹੈ ਇਹ ਅੱਜ ਦੀਆਂ ਨਹੀਂ ਗਈਆਂ। ਇਹ ਫਰੋਮ ਵੈਨ ਕੈਨੇਡਾ ਵਾਸ ਫਾਰਮਡ, ਇਟ ਵਾਸ ਫਾਰਮਡ ਔਨ ਇੰਗਲਿਸ਼ ਐਂਡ ਫ੍ਰੈਂਚ। ਹੁਣ ਓਨਟਾਰੀਓ 'ਚ ਉਹਨੇ ਪਾਇਲਟ ਟੈਕ ਪ੍ਰੋਗਰਾਮ ਸਟਾਰਟ ਕੀਤਾ ਸੀ ਲਾਸਟ ਈਅਰ। ਜਿਹੜੇ ਆਊਟ ਆਫ ਸਟੇਟਸ ਕੰਸਟਰਕਸ਼ਨ ਵਰਕਰਸ ਆ, ਉਹ ਓਨਲੀ ਉਹਨਾਂ ਦੀ ਰਿਕੁਆਇਰਮੈਂਟ ਨਹੀਂ ਪੂਰੀ ਹੋ ਰਹੀ ਜਿਹੜੀ ਆ language, but they are qualified, they are skilled in their trade। ਉਹਨਾਂ ਦਾ ਉਹਨੇ ਪਾਇਲਟ ਟੈਕ ਪ੍ਰੋਗਰਾਮ ਸਟਾਰਟ ਕੀਤਾ ਸੀਗਾ ਲਾਸਟ ਈਅਰ। 52 ਐਪਲੀਕੇਸ਼ਨਸ ਉਹਨੇ ਅਪਰੂਵ ਵੀ ਕੀਤੀਆਂ that meet the other requirements except language। hopefully in future, like ਕੋਈ promise ਤਾਂ ਨਹੀਂ ਕਰ ਸਕਦੇ, but there is something the government knows about it। ਕਿਉਂਕਿ if Randeep Sarai is a member parliament, ਉਹਨੇ ਇਹ ਜੇ ਗੱਲ ਕੀਤੀ ਆ, they working on a bill। once it goes in the House of Commons, ਉਹਦੇ ਉੱਤੇ ਡਿਸਕਸ਼ਨ ਹੋਊਗਾ ਐਂਡ ਦੈਨ ਵਰਕ ਔਨ। ਬਟ ਜਿਹੜੀ ਬਹੁਤ ਮਿਸ ਇਨਫੋਰਮੇਸ਼ਨ ਵੀ ਬਹੁਤ ਆਉਂਦੀ ਆ ਕਿ ਆਲਰੇਡੀ ਬਿੱਲ ਪਾਸ ਹੋ ਗਿਆ ਆ। ਹਾਂ ਬਿਲਕੁਲ, ਹਜੇ ਬਿੱਲ ਲਿਆਂਦਾ ਨਹੀਂ ਗਿਆ, ਹਜੇ ਸਿਰਫ ਉੱਤੇ ਸੋਚ ਵਿਚਾਰ ਹੋ ਰਿਹਾ। ਹਜੇ ਉਹ ਬਿੱਲ ਜਾਣਾ ਆ, ਉਹਦੇ ਉੱਤੇ ਡਿਸਕਸ਼ਨਸ ਆਉਗੇ। ਕਿਉਂਕਿ ਉਹ ਇਟਸ ਨਾਟ ਓਨਲੀ ਦ ਪੰਜਾਬੀ ਕਮਿਊਨਿਟੀ, ਬਾਕੀ ਏਸ਼ੀਅਨ ਕਮਿਊਨਿਟੀਜ਼ ਵੀ ਹੈ, ਬਾਕੀ ਵੀ ਇੱਥੇ ਹੈਗੀਆਂ ਆਲ ਓਵਰ ਦ ਵਰਲਡ ਜਿਹੜੇ ਹੈਗੇ, ਜਿਹੜੇ ਇੰਗਲਿਸ਼ or French is not their first or second language, but they are skilled in their trade, be it the construction industry or the trucking industry, even the IT। ਹੁਣ ਜਿਹੜੇ ਆਪਣੇ ਚਾਈਨੀਜ਼ ਉਹ ਕੰਪਿਊਟਰਸ ਹੀ ਉਹਨਾਂ ਦੇ ਸਾਰੇ ਚਾਈਨੀਜ਼ 'ਚ ਹੁੰਦੇ ਆ। ਬਿਲਕੁਲ ਰਾਈਟ, ਉਹ ਇੰਗਲਿਸ਼ 'ਚ ਕਮਿਊਨੀਕੇਟ ਹੀ ਨਹੀਂ ਕਰਦੇ ਐਂਡ ਦੇ ਆਰ ਗੁੱਡ ਵਿਦ ਦੈਟ। ਸੋ ਕੀ ਹੁੰਦਾ ਫਿਊਚਰ 'ਚ, ਲੈਟਸ ਹੋਪ ਕਿ ਉਹਦਾ ਪੁਆਇੰਟਸ ਚੇਂਜ ਕਰਦੇ ਜਾਂ ਸਮਥਿੰਗ। ਬਟ ਐਸ ਆਫ ਨਾਓ ਜਿਹੜੀ ਮਿਨੀਮਮ ਰਿਕੁਆਇਰਮੈਂਟਸ ਆ ਔਨ ਐਵਰੀ ਕੈਟੇਗਰੀ, ਤੁਹਾਨੂੰ ਉਹ ਯੂ ਹੈਵ ਟੂ ਮੀਟ ਇਟ, ਇੰਗਲਿਸ਼ ਐਂਡ ਫ੍ਰੈਂਚ। ਜੀ, ਇੱਕ ਹੋਰ ਜਿਹੜੀ ਬਿਗ ਅਨਾਊਂਸਮੈਂਟ ਬਾਰੇ ਗੱਲ ਕੀਤੀ ਜਾ ਰਹੀ ਹੈ ਗੁਰਿੰਦਰ, ਉਹਦੇ ਵਿੱਚ ਇਮੀਗ੍ਰੇਸ਼ਨ ਲੈਵਲਸ ਪਲਾਨ ਫॉर 2022 ਟੂ 24। ਇਹ ਪਲਾਨਸ ਦੇ ਵਿੱਚ ਕੀ ਕੀ ਚੀਜ਼ਾਂ ਹੋਣਗੀਆਂ, ਇਹ ਕਿਹੜੀ ਅਨਾਊਂਸਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ? ਇਹ ਜਿੱਦਾਂ ਆਪਾਂ ਪਹਿਲਾਂ ਦੱਸਿਆ, ਇਹ ਅਨਾਊਂਸਮੈਂਟ ਹੋਣੀ ਚਾਹੀਦੀ ਸੀ ਨਵੰਬਰ 1 ਨੂੰ। ਇਹ ਨਵੰਬਰ 1 ਬਾਏ IRPA ਜਿਹੜੇ ਇਮੀਗ੍ਰੇਸ਼ਨ laws ਆ, every year November 1 ਨੂੰ ਹੁੰਦੀ ਆ for the next 2 years। but last year elections call ਹੋ ਗਿਆ ਸੀ, ਤਾਂ ਉਹ ਹੁਣ then after elections ਜਿਹੜਾ parliament went on break, ਹੁਣ parliament back open ਹੋ ਗਈ ਹੈ। by February 7th or 11th ਜਿਹੜੀ 2022-2024 ਦੀ ਇਮੀਗ੍ਰੇਸ਼ਨ ਲੈਵਲਸ ਪਲਾਨ ਆ, ਉਹ ਅਨਾਊਂਸ ਕਰੂਗੇ ਆਪਣੇ ਹੋਨਰੇਬਲ ਸ਼ੌਨ ਫਰੇਜ਼ਰ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ। ਜਿਹੜਾ ਮੈਂ ਤੁਹਾਨੂੰ ਪਹਿਲਾਂ ਬ੍ਰੇਕਡਾਊਨ ਦੱਸਿਆ ਸੀ, ਇਹ 3 ਕੈਟੇਗਰੀਜ਼ ਜਿਹੜੀਆਂ ਹੋਊਗੀਆਂ,
economic class, ਫਿਰ family class, and refugee and humanitarian class. Okay, so ਇਹਨਾਂ ਦੇ ਵਿੱਚ 241,000 241,500 applicants approved ਹੋਣੇ ਆ। ਤੋ ਕਿੱਦਾਂ ਡਿਵਾਈਡ ਹੁੰਦੇ ਆ? 59% economic class, 26% family class, and 15% refugee and humanitarian class। ਜੀ ਉਹ that would be a big announcement। ਉਹਦੇ ਵਿੱਚ new programs add ਹੋਊਗੇ। hopefully ਕੀ ਕਰਦੇ ਆ ਮਿਨਿਸਟਰ, we have to wait and watch। ਬਿਲਕੁਲ। ਸੋ ਇੱਕ ਬੜੀ ਵੱਡੀ ਉਮੀਦ ਹੁੰਦੀ ਹੈ ਲੋਕਾਂ ਨੂੰ ਜਦੋਂ ਇਮੀਗ੍ਰੇਸ਼ਨ ਜਿਹੜੇ ਪਰਸਨ ਹੁੰਦੇ ਨੇ, ਕੰਸਲਟੈਂਟ ਜਿਹੜੇ ਹੁੰਦੇ ਨੇ ਜਿਵੇਂ ਕਿ ਤੁਸੀਂ ਹੋ, ਉਹ ਐਟਲੀਸਟ ਉਹਨਾਂ ਨੂੰ ਕੋਈ ਹੋਪ ਦੇਣ ਜਾਂ ਉਹਨਾਂ ਦੇ ਕੋਲ ਸ਼ਾਇਦ ਕੋਈ ਇਨਫੋਰਮੇਸ਼ਨ ਇੱਦਾਂ ਦੀ ਹੋਵੇ ਜਿਹਦੇ ਨਾਲ ਲੋਕਾਂ ਨੂੰ ਤਸੱਲੀ ਮਿਲ ਸਕੇ ਜਿਨ੍ਹਾਂ ਦੇ ਕੇਸ ਸਾਰੇ ਰੁਕੇ ਹੋਏ ਨੇ। ਸੋ ਇਮੀਗ੍ਰੇਸ਼ਨ ਕੰਸਲਟੈਂਟਸ ਜਿਹੜੇ ਨੇ ਉਹਨਾਂ ਦੀ ਜਾਣਕਾਰੀ ਵੀ ਕਾਫੀ ਮਾਇਨੇ ਰੱਖਦੀ ਹੈ। ਗੁਰਿੰਦਰ, ਇਸ ਵੇਲੇ ਕੋਈ ਇਹੋ ਜਿਹੀ ਜਾਣਕਾਰੀ ਜਿਹੜੀ ਕਿ ਲੋਕਾਂ ਨੂੰ ਤਸੱਲੀ ਦੇ ਸਕੇ, ਉਹ ਕੀ ਹੋ ਸਕਦੀ ਹੈ? ਜਿੰਨੀ ਕੁ ਖੋਜ ਤੁਸੀਂ ਕੀਤੀ ਹੈ, ਜਿੰਨਾ ਕੁ ਜਿਹੜੀ ਡਿਟੇਲ ਹੈ ਤੁਹਾਡੇ ਤੱਕ ਜਿਹੜੀ ਪਹੁੰਚ ਪਾ ਰਹੀ ਹੈ? ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਆਲਵੇਜ਼ ਬੀ ਅਵੇਅਰ ਕੀ ਅਪਡੇਟਸ ਆ ਰਹੀ ਆ। ਬਹੁਤ ਮਿਸ ਇਨਫੋਰਮੇਸ਼ਨ ਹੁੰਦੀ ਆ, WhatsApp ਤੇ ਫਾਰਵਰਡਡ ਹੁੰਦੀ ਇਨਫੋਰਮੇਸ਼ਨ ਕਿ ਹੁਣ ਰੀਸੈਂਟ ਸੀ ਕਿ ਸਾਰੇ ਪੱਕੇ ਹੋਣੇ। ਆਬਵੀਅਸਲੀ ਜਿਹੜੇ ਰਿਕੁਆਇਰਮੈਂਟਸ ਮੀਟ ਕਰਦੇ ਆ ਉਹ ਦੇਅਰਸ ਨੋ ਡਾਊਟ ਉਹਨਾਂ ਦੀ ਐਪਲੀਕੇਸ਼ਨ ਰਿਜੈਕਟ ਹੋਊਗੀ। ਹੁਣ ਜਿਹੜੀ ਮਿਨੀਮਮ ਰਿਕੁਆਇਰਮੈਂਟਸ ਆ, ਜੇ ਤੁਸੀਂ ਉਹ ਕ੍ਰਾਈਟੇਰੀਆ ਦੇ ਵਿੱਚ ਨਹੀਂ ਮੀਟ ਕਰਦੇ, ਕਿੱਦਾਂ ਤੁਹਾਡੀ ਫਾਈਲ ਅਪਰੂਵਡ ਹੋਊਗੀ? ਫਿਰ ਜਿਹੜੀ ਤੁਸੀਂ ਕਿਸੇ ਵੀ ਕੰਸਲਟੈਂਟ ਕੋ ਜਾਂਦੇ ਆ, ਲਿਸਨ ਟੂ them। ਹਰ ਇੱਕ ਆਪਣੇ ਆਈਡੀਆਜ਼ ਚਾਹੁੰਦੇ ਕਿ ਕੰਸਲਟੈਂਟ ਉਹੋ ਹੀ ਕਰਨ ਜਿੱਦਾਂ ਤੁਸੀਂ ਕਰਨਾ, ਬਟ ਕੰਸਲਟੈਂਟਸ ਆਰ ਬੌਂਡ ਬਾਏ ਦ ਰਿਕੁਆਇਰਮੈਂਟਸ। ਉਹ ਤੁਹਾਡੀ ਫਾਈਲ ਜੋ ਤੁਸੀਂ ਇਨਫੋਰਮੇਸ਼ਨ ਉਹਨਾਂ ਨੂੰ ਦਿੰਦੇ ਉਹੀ ਪਾ ਸਕਦੇ, ਆਪਣੇ ਵੱਲੋਂ ਐਡ ਨਹੀਂ ਕਰ ਸਕਦੇ, ਰਾਈਟ? So give proper information. Do not hide any information from the consultant. Because consultant is there to help you out. ਤੁਹਾਡੀ ਫਾਈਲ ਅਪਰੂਵ ਹੋਊਗੀ, ਉਹਨਾਂ ਦਾ ਸਕਸੈਸ ਰੇਟ ਵਧੂਗਾ। ਕੋਈ ਵੀ ਕੰਸਲਟੈਂਟ ਨਹੀਂ ਚਾਹੁੰਦਾ ਕਿ ਤੁਹਾਡੀ ਫਾਈਲ ਰਿਜੈਕਟ ਹੋਵੇ। So whenever you go to a consultant, either being me or anybody, listen to them. Be as truthful ਜਿੰਨੇ ਤੁਸੀਂ ਸੱਚ ਕਹਿ ਸਕਦੇ। ਜਿੰਨੀ ਘੱਟ ਇਨਫੋਰਮੇਸ਼ਨ ਉਹਨਾਂ ਤੋਂ ਹਾਈਡ ਕਰੋਗੇ ਉਹ ਤੁਹਾਡੇ ਲਈ ਬੈਟਰ ਆ। There's always a way। ਜੀ ਜਿਹੜੀ ਕੈਨੇਡੀਅਨ ਗਵਰਨਮੈਂਟ ਆ, ਉਹਨਾਂ ਦਾ ਇਮੀਗ੍ਰੇਸ਼ਨ ਪਾਲਿਸੀਜ਼ ਆਰ ਸੋ ਗੁੱਡ ਕਿ ਦੇयर ਇਜ਼ ਆਲਵੇਜ਼ ਅ ਵੇ ਟੂ ਹੈਲਪ ਯੂ ਆਊਟ। ਉਹ ਮੇਕ ਸ਼ੋਰ ਕਰਦੇ ਕਿ ਸਮਹਾਉ ਜਿਹੜਾ ਬੰਦਾ ਕੈਨੇਡਾ ਆ ਗਿਆ, ਦੇ ਆਰ ਲਿਵਿੰਗ ਅ ਗੁੱਡ ਲਾਈਫ। ਬਿਲਕੁਲ। ਹਾਂਜੀ। ਉਹ ਫਿਰ ਜਿਹੜੀ ਮਿਸ ਇਨਫੋਰਮੇਸ਼ਨ ਆ, ਓਕੇ ਤੁਸੀਂ ਸੁਣੋ ਇਨਫੋਰਮੇਸ਼ਨ ਹਰ ਇੱਕ ਤੋਂ ਗੈਦਰ ਕਰੋ, ਬਟ ਜਿਹੜੇ ਕੰਸਲਟੈਂਟ ਤੇ ਜਾਣੇ ਐਟਲੀਸਟ ਲਿਸਨ ਟੂ ਦ ਕੰਸਲਟੈਂਟ। ਬਿਲਕੁਲ। ਰਾਈਟ। ਕਿਉਂਕਿ ਉਹਦੀ ਜੌਬ ਆ, ਉਹ ਸਭ ਤੋਂ ਲੇਟੈਸਟ ਅਪਡੇਟ ਉਹਨਾਂ ਕੋ ਆਉਂਦੀ ਆ। ਉਹਨਾਂ ਦੇ ਐਵਰੀ ਡੇ ਫਸਟ ਥਿੰਗ ਇਜ਼ ਦੇ ਗੈਟ ਅਪਡੇਟ ਜੀ, ਤਾਂ ਹੀ ਉਹ ਆਪਣੇ ਕਲਾਇੰਟਸ ਨੂੰ ਹੈਲਪ ਕਰਦੇ ਆ। ਜੇ ਕੰਸਲਟੈਂਟ ਕੋਈ ਅਪਡੇਟ ਨਹੀਂ ਹੋਊਗੀ, ਉਹ ਕਲਾਇੰਟ ਨੂੰ ਕਿੱਦਾਂ ਇਨਫੋਰਮੇਸ਼ਨ ਦੇ ਸਕਦਾ? ਜੀ ਬਿਲਕੁਲ। ਸੋ ਵੈਨਐਵਰ ਤੁਸੀਂ ਕੰਸਲਟੈਂਟ ਕੋ ਜਾਂਦੇ ਆ, ਟਰਸਟ ਹਿਮ ਔਰ ਹਰ, ਜੋ ਵੀ ਤੁਹਾਡਾ ਕੰਸਲਟੈਂਟ, ਉਹ ਤੁਹਾਡੀ ਫਾਈਲ ਆਪਣੀ ਬੈਸਟ ਕੈਪੇਬਿਲਿਟੀਜ਼ ਤੇ। ਜੀ ਗੁਰਿੰਦਰ, ਇੱਥੇ ਟਰਸਟ ਦੀ ਗੱਲ ਹੋ ਰਹੀ ਹੈ। ਕਈ ਲੋਕਾਂ ਦੇ ਨਾਲ ਇੱਦਾਂ ਦੇ ਕੇਸਿਸ ਹੁੰਦੇ ਨੇ, ਉਹ ਵੀ ਸੱਚਾਈ ਹੈ ਬਹੁਤ ਵੱਡੀ, ਕਿ ਕੰਸਲਟੈਂਟ ਦੇ ਉੱਤੇ ਉਹ ਭਰੋਸਾ ਕਰਦੇ ਨੇ, ਬਹੁਤ ਸਾਰਾ ਪੈਸਾ ਵੀ ਦਿੰਦੇ ਨੇ, ਤੇ ਪਰ ਕੰਸਲਟੈਂਟ ਜਿਹੜੇ ਨੇ ਕਈ ਧੋਖਾਧੜੀ ਵਾਲੇ ਉਹਨਾਂ ਨੂੰ ਮਿਲ ਜਾਂਦੇ ਨੇ। ਲੋਕੀ ਟਰਸਟ ਨਹੀਂ ਕਰ ਪਾਉਂਦੇ, ਉਹ ਕਹਿੰਦੇ ਸਮਝ ਨਹੀਂ ਆਉਂਦੀ ਵੀ ਇਹ ਵਾਲਾ ਕੰਸਲਟੈਂਟ ਸਹੀ ਹੈ ਜਾਂ ਇਹ ਵਾਲਾ। ਇਹ ਵੀ ਇੱਕ ਬੜੀ ਵੱਡੀ ਕਨਫਿਊਜ਼ਨ ਹੈ, ਔਰ ਇਹ ਜੇ ਚੀਜ਼ਾਂ ਹੋ ਰਹੀਆਂ ਨੇ ਤਾਂ ਹੀ ਇਹ ਕਨਫਿਊਜ਼ਨ ਬਣੀ ਹੈ। ਅਤੇ ਕਈ ਵਾਰੀ ਇਮੀਗ੍ਰੇਸ਼ਨ ਵਾਲੇ ਵੀ ਪੈਸਾ ਪੂਸਾ ਲੈ ਕੇ ਅਤੇ ਉਸ ਤੋਂ ਬਾਅਦ ਫਾਈਲ ਨੂੰ ਹੱਥ ਨਹੀਂ ਪਾਉਂਦੇ। ਜੇ ਕੋਈ ਮਿਸਟੇਕ ਹੋ ਜਾਂਦੀ ਜਾਂ ਉਹਦੇ ਵਿੱਚ ਕੋਈ ਰੋਕ ਰੁਕਾਵਟ ਆ ਜਾਂਦੀ ਹੈ ਤਾਂ ਲੋਕ ਇਸ ਕੋਲੋਂ ਵੀ ਪਰੇਸ਼ਾਨ ਹੁੰਦੇ ਨੇ ਵੀ ਟਰਸਟ ਲੈਵਲ ਇਮੀਗ੍ਰੈਂਟਸ ਦੇ, ਇਮੀਗ੍ਰੇਸ਼ਨ ਵਾਲਿਆਂ 'ਤੇ ਵੀ ਜਿਹੜਾ ਕੰਸਲਟੈਂਟ 'ਤੇ ਉਹਨਾਂ ਦਾ ਘੱਟ ਰਿਹਾ। ਅਤੇ ਅਜਿਹੇ ਦੇ ਵਿੱਚ ਲੋਕ ਕਿਹੜੇ ਕੰਸਲਟੈਂਟ ਦੇ ਉੱਤੇ ਭਰੋਸਾ ਕਰਨ ਜਾਂ ਕੀ ਸੋਚ ਵਿਚਾਰ ਕਰਕੇ ਉਹ ਆਪਣੀ ਫਾਈਲ ਕਿਸੇ ਕੰਸਲਟੈਂਟ ਕੋਲ ਲੈ ਕੇ ਜਾਣ? ਕਿਉਂ ਜਿਹੜਾ ਰਜਿਸਟਰਡ ਕੰਸਲਟੈਂਟ ਆ, ਉਹ ਬਾਏ ਲਾਅ ਇਜ਼ ਬੌਂਡ ਟੂ ਮੇਕ ਦ ਬੈਸਟ ਫਾਈਲ। ਬਹੁਤ ਗੋਸਟ ਕੰਸਲਟੈਂਟਸ ਆ। ਬਿਫੋਰ ਤੁਸੀਂ ਕਿਸੇ ਕੰਸਲਟੈਂਟ ਕੋ ਜਾਂਦੇ ਆ, ਤੁਸੀਂ ਆਪਣੀ ਰਿਸਰਚ ਕਰੋ। ਕੈਨੇਡੀਅਨ ਗਵਰਨਮੈਂਟ ਨੂੰ ਪਤਾ ਕਿ ਬਹੁਤ ਫਰਾਡ ਕੇਸਿਸ ਹੋਏ ਆ, ਬਟ ਉਹ ਜਿਹੜੇ ਰਜਿਸਟਰਡ ਕੰਸਲਟੈਂਟ ਆ, ਉਹਨਾਂ ਦੇ ਲਾਇਸੈਂਸ ਤੇ ਵੀ ਇਫੈਕਟ ਕਰਦਾ ਹੈ। ਦੈਟਸ ਅ ਲਾਈਵਲੀਹੁੱਡ। ਜਿਹੜਾ ਹੁਣ ਗੋਸਟ ਕੰਸਲਟੈਂਟ ਹੈ, ਦੈਟਸ ਨਥਿੰਗ ਦ ਲਾਅ ਕੈਨ ਗੋ ਅਗੇਂਸਟ ਦੈਮ। ਸੋ ਉਹਦੇ ਕਰਕੇ ਉਹਨੇ ਜਿਹੜਾ ਇਮੀਗ੍ਰੇਸ਼ਨ ਕਾਲਜਸ ਵਗੈਰਾ ਪ੍ਰੋਗਰਾਮਸ ਸਾਰਾ ਹੀ ਚੇਂਜ ਕਰ ਦਿੱਤਾ। ਰਾਈਟ ਨਾਓ ਸਿਰਫ ਇੱਕ ਯੂਨੀਵਰਸਿਟੀ ਆ ਕੈਨੇਡਾ 'ਚ ਜਿਹੜੇ ਕੰਸਲਟੈਂਟਸ ਤੁਸੀਂ ਐਪਲੀਕੇਸ਼ਨਸ ਜਾਂ ਟੂ ਬਿਕਮ ਅ ਰਜਿਸਟਰਡ ਕੰਸਲਟੈਂਟ ਉਹਨਾਂ ਨਾਲ ਕਰ ਸਕਦੇ ਆ। ਉਹ ਆਪਾਂ ਅਗਲੇ ਪ੍ਰੋਗਰਾਮਸ 'ਚ ਗੱਲ ਕਰਾਂਗੇ। ਬਟ ਫॉर ਨਾਓ ਤੁਸੀਂ ਪਹਿਲਾਂ ਆਪਣੀ ਰਿਸਰਚ ਕਰਕੇ ਜਾਓ। ਜਿੱਦਣ ਤੁਸੀਂ ਤੁਹਾਡਾ ਟਰਸਟ ਬਿਲਡ ਹੁੰਦਾ ਕੰਸਲਟੈਂਟ ਨਾਲ,
ਉਹ ਨਾ ਕਰੋ ਕਿ ਕੋਈ ਵੀ ਕੰਸਲਟੈਂਟ ਡਸਨਟ ਵਾਂਟ ਕਿ ਤੁਹਾਡੀ ਫਾਈਲ ਰਿਜੈਕਟ ਹੋਵੇ ਬਿਲਕੁਲ ਰਾਈਟ ਉਹ ਇਨਫੋਰਮੇਸ਼ਨ ਬਹੁਤ ਟਾਈਮ ਸੇ ਯੂ ਕੈਨੋਟ ਆਲਵੇਜ਼ ਬਲੇਮ ਦ ਕੰਸਲਟੈਂਟ ਕਿੰਨੀ ਵਾਰੀ ਉਹ ਕੰਸਲਟੈਂਟ ਕੋਈ ਇਨਫੋਰਮੇਸ਼ਨ ਪੂਰੀ ਨਹੀਂ ਹੁੰਦੀ ਉਹ ਜੋ ਤੁਸੀਂ ਇਨਫੋਰਮੇਸ਼ਨ ਉਹਨੂੰ ਦਿੰਦੇ ਉਹ ਨਹੀਂ ਫਾਈਲ ਕਰਨੀ ਉਹ ਆਪਣੇ ਵੱਲੋਂ ਤਾਂ ਇਨਫੋਰਮੇਸ਼ਨ ਜਨਰੇਟ ਕਰ ਨਹੀਂ ਸਕਦੇ ਜੀ ਬਿਲਕੁਲ ਸੋ ਉਹ ਟਰਸਟ ਦੋਨੋਂ ਸਾਈਡ ਹੁੰਦਾ ਕੰਸਲਟੈਂਟ ਨੂੰ ਤੁਸੀਂ ਜਿੰਨਾ ਸੱਚ ਦੱਸੋਗੇ ਉਹਨਾਂ ਤੁਹਾਡੀ ਫਾਈਲ ਲਈ ਬੈਟਰ ਹੈ ਜੀ ਬਿਲਕੁਲ ਗੁਰਿੰਦਰ ਅਖੀਰ ਦੇ ਵਿੱਚ ਲੋਕ ਜੇ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਕੋਈ ਫਾਈਲ ਹੈ ਰਿਵਿਊ ਕਰਾਉਣੀ ਹੈ ਉਹਦੇ ਸੰਬੰਧੀ ਤੁਹਾਡੇ ਤੋਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ ਤਾਂ ਕਿੱਥੇ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਕਿਹੜੇ ਪਲੇਟਫਾਰਮ ਹੈ ਤੁਸੀਂ ਪਲੀਜ਼ ਦਰਸ਼ਕਾਂ ਨੂੰ ਦੱਸ ਦਿਓ ਜਿਹੜਾ ਰਾਈਟ ਨਾਓ ਤਾਂ ਮੇਰੇ ਫੋਨ ਤੇ ਕੰਟੈਕਟ ਕਰ ਸਕਦੇ 604 767 7636 ਫਿਰ ਆਪਾਂ ਜ਼ੂਮ ਮੀਟਿੰਗ ਸੈਟਅਪ ਕਰ ਲੈਂਗੇ following all the health guidelines okay and once everything is open for office okay right cool so right now it's 604 767 7636 okay so ਤੁਹਾਡੇ ਫੋਨ ਨੰਬਰ ਤੇ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਹਾਂਜੀ ਫੋਨ ਤੇ WhatsApp ਕਾਲ ਰੈਗੂਲਰ ਕਾਲਸ okay ਹਾਂਜੀ ਤੇ ਜ਼ੂਮ ਮੀਟਿੰਗ ਜ਼ਰੀਏ ਜ਼ੂਮ ਮੀਟਿੰਗ ਜ਼ਰੀਏ ਜਾਂ ਸੁਣ ਸਕਦੇ ਹੋ ਔਰ ਹੱਲ ਵੀ ਉਹਦਾ ਕਰ ਸਕਦੇ ਹੋ ਹਾਂਜੀ ਜੀ ਬਿਲਕੁਲ ਥੈਂਕ ਯੂ ਸੋ ਮਚ ਗੁਰਿੰਦਰ ਇਮੀਗ੍ਰੇਸ਼ਨ ਕੇਸ ਸੰਬੰਧੀ तमाम ਜਾਣਕਾਰੀ ਦੇਣ ਦੇ ਲਈ ਔਰ ਪਲ ਪਲ ਤੇ ਜਿਹੜੀ ਹੈ ਅਸੀਂ ਹੋਰ ਵੀ ਕੋਈ ਅਪਡੇਟਸ ਆਉਂਦੀਆਂ ਤਾਂ ਤੁਹਾਡੇ ਕੋ ਅਸੀਂ ਜਾਣਕਾਰੀ ਹਾਸਲ ਕਰਦੇ ਰਵਾਂਗੇ ਔਰ ਇਨ ਬਿਟਵੀਨ ਤੁਹਾਡੇ ਕੋਲ ਵੀ ਕੋਈ ਵੱਡੀ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਇਸ ਵੇਲੇ ਲੋਕ ਸੁਣਨਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਸ਼ੇਅਰ ਕਰਨੀ ਜ਼ਰੂਰੀ ਹੈ ਸੋ ਪਲੀਜ਼ ਕੰਟੈਕਟ ਜ਼ਰੂਰ ਕਰੋ ਤੇ ਲੋਕਾਂ ਤੱਕ ਜਿਹੜੀ ਹੈ ਉਹ ਖੁਸ਼ਖਬਰੀ ਜਿਹੜੀ ਪਹੁੰਚ ਸਕੇ ਥੈਂਕ ਯੂ ਸੋ ਮਚ ਥੈਂਕ ਯੂ ਫॉर ਹੈਵਿੰਗ ਮੀ ਔਨ ਦ ਸ਼ੋ ਜੀ ਗੁਰਿੰਦਰ ਕਾਲੋ ਜਿਹੜੇ ਨੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਸਾਡੇ ਨਾਲ ਜੁੜੇ ਹੋਏ ਸੀ ਤੇ ਕੁਝ ਕੇਸਿਸ ਸੰਬੰਧੀ तमाम ਗੱਲਾਂ ਹੋਈਆਂ ਨੇ ਹੁਣ ਅਜਿਹੇ ਦੇ ਵਿੱਚ ਹਜੇ ਤੱਕ ਕੋਈ ਬਿਗ ਜਿਹੜੀ ਅਨਾਉਂਸਮੈਂਟ ਜਿਹੜੀ ਕਿ ਅਸੀਂ ਸਾਰੇ ਸੁਣਨਾ ਚਾਹੁੰਦੇ ਹਾਂ ਉਹ ਤਾਂ ਹਜੇ ਨਹੀਂ ਹੋਈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਕੁਝ ਇਦਾਂ ਦੀਆਂ ਅਨਾਉਂਸਮੈਂਟਸ ਹੋ ਸਕਦੀਆਂ ਨੇ ਕਈ ਫਾਈਲਾਂ ਜਿਹੜੀਆਂ ਨੇ ਚੱਕੀਆਂ ਜਾਣੀਆਂ ਨੇ ਕਈ ਕਾਲਰਸ ਹੈ ਜਿਨ੍ਹਾਂ ਦੀ ਕਾਲ ਆਈ ਸੀਗੀ ਜਿਨ੍ਹਾਂ ਦੇ ਫਾਰਮਿੰਗ ਦਾ ਇਸ਼ੂ ਸੀਗਾ ਜਿਨ੍ਹਾਂ ਨੇ LMIA ਲਈ ਹੋਈ ਸੀਗੀ ਫਾਰਮਿੰਗ ਦੀ ਜਿਨ੍ਹਾਂ ਦੇ ਬੇਟੇ ਲਈ ਜਿਨ੍ਹਾਂ ਦੀ ਬੇਟੀ ਬੈਂਕਾਕ ਦੇ ਵਿੱਚ ਜਿਨ੍ਹਾਂ ਨੇ ਕਾਲ ਕੀਤੀ ਸੀਗੀ ਕਿ ਉਹ ਸਟਕ ਹੈਗੀ ਹੈ ਜਿਹੜਾ ਵੀਜ਼ਾ ਹੈ ਰਿਨਿਊ ਨਹੀਂ ਕੀਤਾ ਜਾ ਰਿਹਾ ਆਈ ਥਿੰਕ ਇਹ ਕੇਸਿਸ ਕੁਝ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਹੱਲ ਹੋ ਸਕਦੇ ਨੇ ਚੱਕੇ ਜਾਣਗੇ ਔਰ ਉਹਨਾਂ ਸੰਬੰਧੀ ਜਲਦੀ ਹੀ ਕੋਈ ਅਨਾਉਂਸਮੈਂਟ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਪਰ ਫਿਰ ਡਿਪੈਂਡ ਕਰਦਾ ਹੈ ਕਿ ਜਿਹੜੇ ਆਲੇ ਦੁਆਲੇ ਵਾਇਰਸ ਜਿਹੜੇ ਮੰਡਰਾ ਰਹੇ ਨੇ ਕਿਤੇ ਨਾ ਕਿਤੇ ਉਹ ਘਟ ਜਾਣ ਤਾਂ ਇਮੀਗ੍ਰੈਂਟਸ ਜਿਹੜੇ ਨੇ ਉਹ ਆ ਸਕਦੇ ਨੇ ਇਮੀਗ੍ਰੇਸ਼ਨ ਵੀ ਹੈ ਜਿਹੜਾ ਉਹ ਕਾਫੀ ਹੱਦ ਤੱਕ ਖੁੱਲ ਸਕਦਾ ਹੈ ਪਲ ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਗੁਰਿੰਦਰ ਕਾਲੋ ਫਿਰ ਤੋਂ ਸਾਡੇ ਨਾਲ ਜੁੜਦੇ ਰਹਾਂਗੇ ਗੁਰਿੰਦਰ ਕਾਲੋ ਨੇ ਆਪਣਾ ਫੋਨ ਨੰਬਰ ਸ਼ੇਅਰ ਕੀਤਾ ਹੈ ਸੋ ਜਿਹੜੇ ਲੋਕ ਇੰਟਰਵਿਊ ਨਹੀਂ ਵੀ ਦੇਖ ਪਾ ਰਹੇ ਪਰ ਬਾਅਦ ਦੇ ਵਿੱਚ ਵੀ ਨੰਬਰ ਚਾਹੁੰਦੇ ਨੇ ਚੈਨਲ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਇੰਟਰਵਿਊ ਪਈ ਹੋਈ ਹੈ ਤੇ ਉੱਥੋਂ ਤੁਸੀਂ ਇੰਟਰਵਿਊ ਜਿਹੜੀ ਹੈ ਦੁਬਾਰਾ ਤੋਂ ਸੁਣ ਵੀ ਸਕਦੇ ਹੋ ਤੇ ਜਿਹੜਾ ਕੰਟੈਕਟ ਨੰਬਰ ਵਗੈਰਾ ਤੁਹਾਨੂੰ ਚਾਹੀਦਾ ਤੇ ਉੱਥੋਂ ਤੁਸੀਂ ਇਹ ਹਾਸਿਲ ਵੀ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਦਿਨ ਚੰਗਾ ਰਹੇ ਫਿਰ ਤੋਂ ਮਿਲਾਂਗੇ ਨਵੀਆਂ ਸਰਗਰਮੀਆਂ ਦੇ ਨਾਲ ਕੱਲ ਹੋ ਸਕਦਾ ਹੈ ਕਿ ਮਾਰਨਿੰਗ ਸ਼ੋਅ ਦੇ ਵਿੱਚ ਸਾਡੇ ਨਾਲ MP ਰਣਦੀਪ ਸਰਾਏ ਜੀ ਜੁੜਨ ਸੋ ਜਿਨ੍ਹਾਂ ਦੇ ਉਹਨਾਂ ਨਾਲ ਵੀ ਕੋਈ ਸਵਾਲ ਨੇ ਚਾਹੇ ਉਹ ਇਮੀਗ੍ਰੇਸ਼ਨ ਸੰਬੰਧੀ ਵੀ ਨੇ ਤੇ ਉਹਨਾਂ ਨਾਲ ਵੀ ਜਿਹੜਾ ਤੁਸੀਂ ਸਵਾਲ ਜਵਾਬ ਡਾਇਰੈਕਟ ਕਰ ਸਕਦੇ ਹੋ ਮਾਰਨਿੰਗ ਸ਼ੋਅ ਦੇ ਵਿੱਚ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।